ਸਤਿਗੁਰਾਂ ਦੀ ਬੇਅੰਤ ਕਿਰਪਾ ਨਾਲ ਗੁਰੂ ਕੀ ਹਜ਼ੂਰੀ ਦੇ ਵਿੱਚ ਜੁੜ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ। ਸਤਿਗੁਰੂ ਬਖਸ਼ਿਸ਼ ਰਹਿਮਤ ਕਰਨ। ਸਾਡਾ ਸਭਨਾਂ ਦਾ ਮਨ ਸਤਿਗੁਰਾਂ ਦੇ ਚਰਨਾਂ ਨਾਲ ਜੁੜਿਆ ਰਹੇ। ਆਪ ਜੀ ਨੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਗੁਰਮਤ ਵਿਚਾਰਾਂ ਦੀ ਸਾਂਝ ਕਰਨ ਤੋਂ ਪਹਿਲਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਸਤਿਕਾਰ ਸਹਿਤ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਕੁਝ ਬਚਨ ਅਸੀਂ ਪੜ੍ਹਦੇ ਹਾਂ। ਮਹਾਰਾਜ ਦਾ ਫਰਮਾਨ ਹੈ, ਸਾਈ ਨਾਮ ਅਮੂਲ ਕੀਮ ਨਾ ਕੋਈ ਜਾਣ ਦੋ, ਨਾਨਕ ਜਿਨ੍ਹਾਂ ਭਾਗ ਮਥਾਹੇ, ਜਿਨ੍ਹਾਂ ਭਾਗ ਮਥਾਹੇ ਨਾਨਕ ਸੋ ਰੰਗ ਮਾਣ ਦੋ। ਮਹਾਰਾਜ ਕਹਿੰਦੇ ਅਕਾਲ ਪੁਰਖ ਪਰਮਾਤਮਾ ਦਾ ਨਾਮ ਬੇਸ਼ੁਮਾਰ ਕੀਮਤੀ ਹੈ। ਜਿਨ੍ਹਾਂ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਰਹਿਮਤ ਹੁੰਦੀ ਹੈ, ਉਹ ਪਰਮਾਤਮਾ ਦੇ ਨਾਮ ਨੂੰ ਜਾਣਦੇ ਨੇ ਔਰ ਪਰਮਾਤਮਾ ਦੇ ਨਾਮ ਨਾਲ ਸਾਂਝ ਬਣਾ ਕੇ ਉਹ ਪਰਮਾਤਮਾ ਦੇ ਨਾਮ ਦਾ ਪਿਆਰ, ਨਾਮ ਦਾ ਰੰਗ ਮਾਣਦੇ ਨੇ। ਭਗਤ ਫਰੀਦ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚੋਂ ਅਸੀਂ ਇੱਕ ਬਚਨ ਸਰਵਣ ਕੀਤਾ ਹੈ। ਵਾਤ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪੀਣੀ, ਉਸ ਉੱਪਰ ਹੈ ਮਾਰਗ ਮੇਰਾ, ਸ਼ੇਖ ਫਰੀਦਾ ਪੰਥ ਸੰਭਾਰ ਸਵੇਰਾ। ਭਗਤ ਫਰੀਦ ਸਾਹਿਬ ਜੀ ਦੇ ਇਹ ਪਾਵਨ ਪਵਿੱਤਰ ਬਚਨ ਨੇ। ਉਹ ਕਹਿੰਦੇ ਜਿਹੜੇ ਸੱਚ ਦੇ ਰਾਹ ਨੂੰ ਅਸੀਂ ਅਪਣਾਇਆ, ਇਸ ਰਾਹ ਦੇ ਉੱਤੇ ਸਫ਼ਰ ਬੜਾ ਔਖਾ ਹੈ ਔਰ ਇਹ ਰਾਹ ਇਹੋ ਜਿਹਾ ਹੈ ਕਿ ਜਿਵੇਂ ਖੰਡੇ ਦੀ ਧਾਰ ਵਰਗਾ ਹੋਵੇ। ਜਿਵੇਂ ਖੰਡੇ ਦੀ ਧਾਰ ਦੇ ਉੱਤੇ ਤੁਰਨਾ ਬੜਾ ਔਖਾ, ਉਸੇ ਤਰ੍ਹਾਂ ਸੱਚ ਦੇ ਰਾਹ ਦੇ ਉੱਤੇ ਚੱਲਣਾ ਮੁਸ਼ਕਲਾਂ ਭਰਿਆ ਹੈ। ਤੇ ਭਗਤ ਫਰੀਦ ਸਾਹਿਬ ਜੀ ਇਹ ਗੱਲ ਆਖਦੇ ਨੇ। ਉਹਨਾਂ ਦਾ ਕਹਿਣਾ ਕਿ ਸ਼ੇਖ ਫਰੀਦਾ ਪੰਥ ਸੰਭਾਰ ਸਵੇਰਾ, ਵੀ ਜੇ ਇਸ ਰਾਹ ਦੇ ਉੱਤੇ ਤੂੰ ਤੁਰਿਆ, ਜੇ ਇਹਨੂੰ ਅਪਣਾਇਆ ਤੇ ਛੱਡੀ ਨਾ, ਸਮੇਂ ਦੇ ਨਾਲ ਇਹਦੀ ਸੰਭਾਲ ਕਰਕੇ ਇਹਦੇ ਉੱਤੇ ਚੱਲ ਪਏ। ਅੱਜ ਦਾ ਜਿਹੜਾ ਦਿਹਾੜਾ ਦਿਨ ਹੈ, ਸਿੱਖ ਇਤਿਹਾਸ ਦੇ ਵਿੱਚ ਇਹਦਾ ਇੱਕ ਖਾਸ ਆਪਣਾ ਅਸਥਾਨ ਹੈ। 30 ਅਕਤੂਬਰ ਸੰਨ 1922 ਦੇ ਵਿੱਚ ਪੰਜਾ ਸਾਹਿਬ, ਜੋ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਯਾਦਗਾਰ ਦੇ ਵਿੱਚ ਸੁਸ਼ੋਭਿਤ ਅਸਥਾਨ ਹੈ, ਇੱਥੇ ਕੁਝ ਸਿੱਖਾਂ ਦੀਆਂ ਸ਼ਹੀਦੀਆਂ ਹੋਈਆਂ ਸਨ। ਉਹਨੂੰ ਸਾਕਾ ਪੰਜਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ। ਅਸੀਂ ਉਸ ਦੇ ਸੰਬੰਧ ਦੇ ਵਿੱਚ ਕੁਝ ਵਿਚਾਰਾਂ ਜਿਹੜੀਆਂ ਉਹ ਸਰਵਣ ਕਰਨੀਆਂ ਨੇ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਪ੍ਰਚਾਰ ਕਰਦੇ ਨੇ, ਵੱਖ-ਵੱਖ ਥਾਵਾਂ ਤੇ ਗਏ। ਇੱਕ ਸਮਾਂ ਆਇਆ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਹਸਨ ਅਬਦਾਲ ਪਹੁੰਚੇ ਨੇ ਤੇ ਹਸਨ ਅਬਦਾਲ ਦੇ ਵਿੱਚ ਇੱਥੇ ਨੇੜੇ ਇੱਕ ਉੱਚੀ ਪਹਾੜੀ ਹੈ ਤੇ ਉਹਦੇ ਉੱਤੇ ਇੱਕ ਫਕੀਰ ਰਹਿੰਦਾ, ਮੁਸਲਮਾਨ ਫਕੀਰ। ਉਹਦਾ ਨਾਮ ਸੀ ਅਲੀ ਯਾਰ। ਉਹਨੂੰ ਲੋਕ ਵਲੀ ਕੰਧਾਰੀ ਦੇ ਨਾਮ ਨਾਲ ਜਾਣਦੇ ਨੇ। ਹਸਨ ਅਬਦਾਲ ਜਿਹੜਾ ਇੱਥੇ ਇੱਕ ਵਸਾਇਆ ਹੋਇਆ ਪਿੰਡ ਸੀ। ਹਸਨ ਨਾਮ ਦੇ ਸ਼ਖਸ ਨੇ, ਜਿਹੜਾ ਕਿ ਅਬਦਾਲ ਦਾ ਰਹਿਣ ਵਾਲਾ ਸੀ, ਕਿਸੇ ਸਮੇਂ ਇੱਥੇ ਆ ਕੇ ਵਸਿਆ। ਉਹਨੇ ਇੱਥੇ ਲੋਕਾਂ ਦੇ ਰਹਿਣ ਵਾਸਤੇ ਇੱਕ ਸਰਾਂ ਬਣਾਈ। ਜਿਹੜੇ ਮੁਸਾਫਰ ਸਨ, ਜਿਹੜੇ ਇਸ ਰਾਹ ਤੋਂ ਗੁਜ਼ਰਦੇ ਲੰਘਦੇ, ਉਹਨਾਂ ਦੇ ਰਹਿਣ ਦੇ ਵਾਸਤੇ
ਉਹਨਾਂ ਦੇ ਸਮਾਂ ਕੱਟਣ ਵਾਸਤੇ ਇਹ ਅਸਥਾਨ ਉਹਨੇ ਤਿਆਰ ਕਰਵਾਇਆ। ਬਾਅਦ ਵਿੱਚ ਹੌਲੀ ਹੌਲੀ ਕਰਕੇ ਇਹ ਨਗਰ ਬਣਿਆ। ਹਸਨ ਅਬਦਾਲ ਦੇ ਨਾਮ ਦੇ ਉੱਤੇ ਇਸ ਅਸਥਾਨ ਦਾ ਜਿਹੜਾ ਨਾਮ ਸੀ ਉਹ ਪੈ ਗਿਆ, ਪ੍ਰਸਿੱਧ ਹੋ ਗਿਆ। ਇਹਦੇ ਨੇੜੇ ਹੀ ਉਹ ਪਹਾੜੀ ਦੇ ਉੱਤੇ ਰਹਿਣ ਵਾਲਾ ਇੱਕ ਵਲੀ ਕੰਧਾਰੀ, ਜਿਹਦਾ ਅਸਲ ਨਾਮ ਸੀ ਅਲੀ ਯਾਰ, ਉਹ ਇੱਕ ਮੁਸਲਮਾਨ ਫਕੀਰ ਹੈ ਤੇ ਨੇੜੇ ਨੇੜੇ ਦੇ ਜਿੰਨੇ ਵੀ ਨਗਰ ਪਿੰਡ ਸਨ ਉਹਨਾਂ ਸਾਰਿਆਂ ਦੇ ਵਿੱਚ ਉਹਦਾ ਇੱਕ ਆਪਣਾ ਰਸੂਖ ਸੀ। ਲੋਕ ਬੜਾ ਉਹਦਾ ਸਤਿਕਾਰ ਕਰਦੇ ਸਨ। ਉਹਨੇ ਲੋਕਾਂ ਦੇ ਵਿੱਚ ਆਪਣਾ ਨਾਮ ਬਣਾਇਆ ਹੋਇਆ ਸੀ, ਪ੍ਰਸਿੱਧੀ ਸੀ। ਪਰ ਜਿਹੜੇ ਫਕੀਰ ਪੀਰ ਫਕੀਰ ਹੁੰਦੇ ਨੇ, ਅਸਲ ਦੇ ਵਿੱਚ ਇਹਨਾਂ ਦੇ ਮਨਾਂ ਦੇ ਵਿੱਚ ਇੱਕ ਈਰਖਾ ਤੇ ਦੂਸਰਾ ਹੰਕਾਰ ਤੇ ਤੀਸਰਾ ਗੁਸੈਲ ਸੁਭਾਅ ਇਹਨਾਂ ਦੇ ਅੰਦਰ ਬਹੁਤ ਹੁੰਦਾ ਹੈ। ਇਹੀ ਕਾਰਨ ਹੈ ਕਿ ਇਹ ਲੋਕ ਝਗੜੇ ਤੇ ਵੀ ਛੇਤੀ ਉਤਾਰੂ ਹੋ ਜਾਂਦੇ ਸਨ ਤੇ ਜਿੱਥੇ ਇਹਨਾਂ ਦੀ ਆਪਣੀ ਵਡਿਆਈ ਹੋਵੇ, ਇਹ ਕਿਸੇ ਦੂਸਰੇ ਦੀ ਵਡਿਆਈ ਸੁਣ ਨਹੀਂ ਸਕਦੇ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇੱਕ ਆਪਣਾ ਰੁਤਬਾ ਸੀ, ਆਪਣੀ ਉਹਨਾਂ ਦੀ ਵਡਿਆਈ ਹੈ। ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਇੱਥੇ ਪਹੁੰਚੇ ਨੇ, ਹਸਨ ਅਬਦਾਲ ਆਏ ਨੇ, ਤੇ ਜਿਸ ਪਹਾੜੀ ਦੇ ਉੱਤੇ ਇਹ ਵਲੀ ਕੰਧਾਰੀ ਰਹਿ ਰਿਹਾ ਸੀ ਡੇਰਾ ਪਾ ਕੇ, ਤੇ ਜਿੱਥੇ ਇਹਨੇ ਡੇਰਾ ਬਣਾਇਆ ਹੋਇਆ ਉੱਥੇ ਨਾਲ ਹੀ ਇਹਦੇ ਇੱਕ ਛੋਟਾ ਜਿਹਾ ਸਰੋਵਰ ਹੈ ਜਿੱਥੇ ਪਾਣੀ ਹੈ, ਤੇ ਬਹੁਤ ਸਾਰੇ ਲੋਕ ਪਾਣੀ ਇੱਥੋਂ ਲੈ ਕੇ ਜਾਂਦੇ ਨੇ, ਪਾਣੀ ਲਿਜਾ ਕੇ ਤੇ ਆਪਣੇ ਘਰਾਂ ਦੇ ਵਿੱਚ ਵਰਤਦੇ ਸਨ। ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜਾ ਥਾਂ ਥਾਂ ਤੇ ਜਾਂਦੇ ਨੇ, ਪ੍ਰਚਾਰ ਕਰਦੇ ਨੇ, ਤੇ ਲੋਕਾਂ ਦੇ ਵਿੱਚ ਉਹਨਾਂ ਦਾ ਬੜਾ ਨਾਮ, ਬੜੀ ਵਡਿਆਈ ਹੈ। ਔਰ ਆਪਣੇ ਸਮੇਂ ਦੇ ਉੱਤੇ ਗੁਰੂ ਨਾਨਕ ਸਾਹਿਬ ਨੂੰ ਲੋਕ ਨਾਨਕ ਤਪਾ ਕਰਕੇ ਜਾਣਦੇ ਨੇ, ਤੇ ਜਿਸ ਪਾਸੇ ਨੂੰ ਵੀ ਗੁਰੂ ਨਾਨਕ ਸਾਹਿਬ ਜਾਂਦੇ ਸਨ ਨਾ, ਉੱਥੇ ਉਹਨਾਂ ਦੀ ਚਰਚਾ ਚੱਲਦੀ ਹੁੰਦੀ ਸੀ ਵੀ ਨਾਨਕ ਨਾਮ ਦਾ ਤਪਾ ਜਿਹੜਾ ਉਹ ਸਾਡੇ ਵੀ ਆਇਆ। ਬਹੁਤ ਸਾਰੇ ਲੋਕਾਂ ਨੂੰ, ਭੁੱਲਿਆ ਹੋਇਆਂ ਨੂੰ ਗੁਰੂ ਨਾਨਕ ਸਾਹਿਬ ਨੇ ਰਾਹ ਦੱਸਿਆ, ਸੱਚ ਦੇ ਧਾਰਨੀ ਬਣਾਇਆ। ਤੇ ਜਦੋਂ ਇੱਥੇ ਪਹੁੰਚੇ ਨੇ ਹਸਨ ਅਬਦਾਲ, ਤੇ ਪਹਾੜੀ ਦੇ ਕੋਲ ਸਤਿਗੁਰੂ ਪਾਤਸ਼ਾਹ ਬੈਠੇ ਨੇ ਤੇ ਭਾਈ ਮਰਦਾਨਾ ਜੀ ਨਾਲ ਹੈ, ਤੇ ਪਾਣੀ ਦਾ ਕੇਵਲ ਤੇ ਕੇਵਲ ਅਸਥਾਨ ਉਹ ਉੱਥੇ ਸੀ ਜਿੱਥੇ ਵਲੀ ਕੰਧਾਰੀ ਦਾ ਡੇਰਾ ਹੈ ਪਹਾੜੀ ਤੇ। ਉਸ ਥਾਂ ਤੋਂ ਲੋਕ ਪਾਣੀ ਲੈਂਦੇ ਸਨ। ਮਰਦਾਨੇ ਨੂੰ ਪਿਆਸ ਲੱਗੀ ਹੈ ਤੇ ਮਰਦਾਨੇ ਨੇ ਪਾਣੀ ਲੈਣਾ ਚਾਹਿਆ। ਵਲੀ ਕੰਧਾਰੀ ਨੂੰ ਪਤਾ ਲੱਗਿਆ ਇੱਥੇ ਨਾਨਕ ਤਪਾ ਆਇਆ, ਗੁਰੂ ਨਾਨਕ ਇੱਥੇ ਆਏ ਨੇ, ਤੇ ਮਰਦਾਨਾ ਉਹਨਾਂ ਦਾ ਸਾਥੀ ਹੈ। ਗੁਰੂ ਨਾਨਕ ਸਾਹਿਬ ਦੀ ਗੱਲ ਉਹਨਾਂ ਨੇ ਬੜੀ ਸੁਣੀ ਸੀ ਵਲੀ ਕੰਧਾਰੀ ਨੇ, ਤੇ ਸੁਣ ਕੇ ਤੇ ਉਹਨੂੰ ਇੱਕ ਮਨ ਵਿੱਚ ਈਰਖਾ ਪੈਦਾ ਹੋ ਗਈ ਕਿ ਮੇਰੀ ਤੇ ਵਡਿਆਈ ਹੈ, ਇਹ ਇੱਥੇ ਆਏ ਨੇ ਤੇ ਇਹਨਾਂ ਨੂੰ ਵੀ ਲੋਕ ਬੜਾ ਜਾਣਦੇ ਨੇ, ਇਹਨਾਂ ਦੀ ਵੀ ਪ੍ਰਸਿੱਧੀ ਹੈ, ਤੇ ਇਸ ਕਰਕੇ ਉਹਦੇ ਮਨ 'ਚ ਈਰਖਾ। ਭਾਈ ਮਰਦਾਨਾ ਗਿਆ, ਉਹਨੇ ਪਾਣੀ ਦੀ ਮੰਗ ਕੀਤੀ ਹੈ ਕਿ ਮੈਂ ਇੱਥੋਂ ਪਾਣੀ ਪੀਣਾ, ਪਾਣੀ ਲੈਣ ਵਾਸਤੇ ਗਿਆ। ਵਲੀ ਕੰਧਾਰੀ ਨੇ ਨਾ ਕਰ ਦਿੱਤੀ, ਕਹਿੰਦਾ ਤੈਨੂੰ ਪਾਣੀ ਨਹੀਂ ਦੇਣਾ। ਈਰਖਾ ਹੈ ਮਨ ਦੇ ਵਿੱਚ, ਤੇ ਈਰਖਾ ਦਾ ਕਾਰਨ ਕੇਵਲ ਇੱਕ ਫੋਕੀ ਵਡਿਆਈ ਹੈ। ਉਹ ਇਸ ਕਰਕੇ ਵੀ ਜਿੱਥੇ ਮੇਰੀ ਵਡਿਆਈ ਹੈ, ਮੇਰੇ ਨਾਲੋਂ ਜ਼ਿਆਦਾ ਇਹਨਾਂ ਦੀ ਹੈ। ਵਲੀ ਕੰਧਾਰੀ ਨੇ ਨਾ ਕਰ ਦਿੱਤੀ, ਇਨਕਾਰ ਕਰ ਦਿੱਤਾ ਵੀ ਪਾਣੀ ਨਹੀਂ ਦੇਣਾ। ਮਰਦਾਨੇ ਨੇ ਬੜੇ ਪਿਆਰ ਨਾਲ ਗੱਲ ਆਖੀ ਸੀ। ਉਹ ਕਹਿੰਦਾ ਮੈਂ ਪਿਆਸਾ ਤੁਹਾਡੇ ਕੋਲ ਆਇਆ, ਤੁਹਾਡੇ ਕੋਲ ਪਾਣੀ ਹੈ, ਤੁਸੀਂ ਦੇ ਸਕਦੇ ਹੋ। ਤੇ ਪਾਣੀ ਤਾਂ ਕਿਸੇ ਨੂੰ ਦੇਣਾ, ਕਿਸੇ ਦੀ ਪਿਆਸ ਬੁਝਾ ਦੇਣੀ, ਕਿਸੇ ਨੂੰ ਪਾਣੀ ਪਿਲਾ ਦੇਣਾ ਤੇ ਬੜਾ ਉੱਤਮ ਕਰਮ ਹੈ। ਤੇ ਤੁਹਾਡੇ ਵਰਗੇ ਲੋਕ ਜਿਹੜੇ ਅੱਲਾ ਦੇ ਨਾਲ, ਖੁਦਾ ਦੇ ਨਾਲ ਜੁੜੇ ਹੋਏ ਨੇ, ਉਹ ਕਿਸੇ ਨੂੰ ਨਾ ਨਹੀਂ ਕਰਦੇ। ਤੁਹਾਡੇ ਕੋਲ ਪਾਣੀ ਹੈ, ਤੁਸੀਂ ਦੇ ਦਿਓ, ਮੇਰੀ ਪਿਆਸ ਬੁਝ ਜੇਗੀ। ਤੇ ਵਲੀ ਕੰਧਾਰੀ ਨੇ ਗੁੱਸੇ ਵਿੱਚ ਆ ਕੇ ਕਿਹਾ ਸੀ ਕਿ ਜਿਹੜਾ ਤੇਰੇ ਨਾਲ ਹੈ, ਜਾ ਉਹਨੂੰ ਕਹਿ ਜਾ ਕੇ ਵੀ ਪਾਣੀ ਦੇ ਦੇ, ਬਈ ਉਹਦੇ ਲੋਕ ਬੜੀ ਵਡਿਆਈ ਕਰਦੇ ਆ ਨਾ, ਤੂੰ ਉਹਨੂੰ ਕਹਿ ਜਾ ਕੇ ਕਿ ਮੈਨੂੰ ਪਾਣੀ ਦੇ ਦੇ।
ਮਰਦਾਨਾ ਚੁੱਪ ਕਰਕੇ ਤੁਰ ਪਿਆ ਤੇ ਉਹ ਜਾਣਦਾ ਸੀ ਗੁਰੂ ਨਾਨਕ ਸਾਹਿਬ ਦੇ ਨਾਲ ਰਹਿੰਦਿਆਂ ਹੋਇਆਂ ਇਹ ਗੱਲ ਤਾਂ ਭਲੀ ਪ੍ਰਕਾਰ ਜਾਣ ਚੁੱਕਾ ਸੀ ਮਰਦਾਨਾ ਵੀ ਇਸ ਬੰਦੇ ਦੇ ਮਨ ਵਿੱਚ ਈਰਖਾ ਹੈ, ਤੇ ਜਿੱਥੇ ਈਰਖਾ ਹੋਵੇ ਉੱਥੇ ਕਿਸੇ ਦੀ ਮਦਦ ਨਹੀਂ ਕੀਤੀ ਜਾ ਸਕਦੀ, ਕਿਸੇ ਦਾ ਸਾਥ ਨਹੀਂ ਦਿੱਤਾ ਜਾ ਸਕਦਾ। ਈਰਖਾ ਜਿਹੜੀ ਹੈ ਇਹ ਸਾਡੇ ਅੰਦਰ ਦੇ ਦਇਆ ਦੇ ਗੁਣ ਨੂੰ, ਆ ਜਿਹੜਾ ਕਿਸੇ ਵੱਲ ਵੇਖ ਕੇ ਤਰਸ ਪੈਦਾ ਹੋ ਜਾਣਾ, ਮਦਦ ਕਰਨ ਦਾ ਚਾਅ ਪੈਦਾ ਹੋਣਾ, ਕਿਸੇ ਦਾ ਸਾਥ ਦੇਣਾ, ਕਿਸੇ ਦੀ ਸਹਾਇਤਾ ਕਰਨੀ, ਇਹ ਸਾਡੇ ਅੰਦਰ ਦੇ ਇਸ ਗੁਣ ਨੂੰ ਈਰਖਾ ਖਤਮ ਕਰ ਦਿੰਦੀ ਹੈ। ਜਿੱਥੇ ਈਰਖਾ ਹੋਵੇਗੀ ਉੱਥੇ ਇਹ ਕਦੇ ਵੀ ਗੁਣ ਨਹੀਂ ਆਉਂਦਾ। ਮਰਦਾਨਾ ਇਸ ਗੱਲ ਨੂੰ ਭਲੀ ਪ੍ਰਕਾਰ ਜਾਣ ਗਿਆ ਸੀ ਕਿ ਇਹ ਹੈ ਤਾਂ ਫਕੀਰ, ਪਰ ਇਹਦੇ ਅੰਦਰ ਕ੍ਰੋਧ ਬੜਾ ਹੈ। ਜਿਹੜਾ ਖੁਦਾ ਦੇ ਨਾਲ ਜੁੜਿਆ ਹੋਵੇ ਬੰਦਾ, ਅੱਲਾਹ ਦੇ ਨਾਮ ਨਾਲ ਜੁੜਿਆ ਹੋਵੇ, ਉਹਦੇ ਅੰਦਰ ਕ੍ਰੋਧ ਜਿਹੜਾ ਉਹ ਚੰਗਾ ਨਹੀਂ ਲੱਗਦਾ। ਮਰਦਾਨਾ ਚੁੱਪ ਕਰਕੇ ਵਾਪਸ ਤੁਰਿਆ ਵੀ ਇਹਦੇ ਅੱਗੇ ਹੋਰ ਬਹੁਤੀਆਂ ਗੱਲਾਂ ਮਿੰਨਤਾਂ ਕਰਨ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਇਹਨੇ ਗੱਲ ਮੰਨਣੀ ਨਹੀਂ ਹੈ। ਇਸ ਵਕਤ ਇਹ ਪੂਰਨ ਰੂਪ ਦੇ ਵਿੱਚ ਈਰਖਾਲੂ ਬਣਿਆ ਹੋਇਆ ਤੇ ਹੰਕਾਰੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਕੋਲ ਵਾਪਸ ਆਇਆ ਜਿੱਥੇ ਬੈਠੇ ਸਨ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਕਿਉਂ ਪੀਤਾ ਪਾਣੀ? ਤੇ ਮਰਦਾਨੇ ਨੇ ਆਖਿਆ ਵੀ ਮਹਾਰਾਜ ਉਹਨੇ ਨਾ ਕਰ ਦਿੱਤੀ ਹੈ, ਪਤਾ ਨਹੀਂ ਕਿਉਂ, ਪਰ ਉਹਨੂੰ ਗੁੱਸਾ ਬਹੁਤ ਹੈ। ਉਹ ਬੋਲ ਕਬੋਲ ਬੋਲਦਾ ਤੇ ਉਹਨੇ ਇੱਥੋਂ ਤੱਕ ਗੱਲ ਕਹੀ ਹੈ ਵੀ ਜਿਹੜੇ ਨਾਲ ਹੈ ਉਹਨੂੰ ਕਹਿ ਪਾਣੀ ਦੇ ਦੇ। ਜਦੋਂ ਇੰਨੀ ਕੋਈ ਗੱਲ ਵਾਪਰੀ ਹੈ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਕੋਈ ਗੱਲ ਨਹੀਂ, ਜੇ ਉਹਦੇ ਅੰਦਰ ਹੰਕਾਰ ਹੈ ਜੋ ਪਾਣੀ ਨਹੀਂ ਦਿੰਦਾ, ਪਾਣੀ ਤਾਂ ਪਰਮਾਤਮਾ ਨੇ ਸਾਰਿਆਂ ਦੇ ਵਾਸਤੇ ਬਣਾਇਆ, ਤੇ ਜ਼ਰੂਰੀ ਨਹੀਂ ਹੈ ਵੀ ਜਿਹਨੂੰ ਉਹ ਦੇਵੇਗਾ ਉਹ ਪੀਵੇਗਾ। ਪਰਮਾਤਮਾ ਦੇਣ ਵਾਲਾ ਤੇ ਅਸੀਂ ਸਾਰੇ ਪਰਮਾਤਮਾ ਦਾ ਦਿੱਤਾ ਲੈਣ ਵਾਲੇ, ਉਹਦਾ ਦਿੱਤਾ ਹੋਇਆ ਲੈਣ ਵਾਲੇ। ਤੇ ਜੇ ਇਹਨੇ ਕਿਸੇ ਥਾਂ ਦੇ ਉੱਤੇ ਆਪਣਾ ਅਧਿਕਾਰ ਸਥਾਪਿਤ ਕਰਕੇ ਕਹਿ ਦਿੱਤਾ ਵੀ ਮੈਂ ਨਾ ਕਰਦਾ, ਮੈਂ ਨਹੀਂ ਦੇਣਾ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਇਹੋ ਜਿਹਿਆਂ ਦੇ ਕੋਲੋਂ ਫਿਰ ਮੰਗਣ ਦੀ ਵੀ ਲੋੜ ਨਹੀਂ। ਜਿਹੜੇ ਦੇਣ ਦਾ ਹੰਕਾਰ ਕਰਦੇ ਹੁਣ ਨਾ ਵੀ ਅਸੀਂ ਦਿੰਦੇ ਹਾਂ, ਮੈਂ ਦਿੰਦਾ ਹਾਂ, ਮੈਂ ਨਾ ਦੇਵਾਂ ਤੇ ਮਿਲਣਾ ਦੀ, ਕਦੇ ਉਹਦੇ ਅੱਗੇ ਹੱਥ ਫੈਲਾਉਣ ਦੀ ਲੋੜ ਨਹੀਂ ਹੈ, ਕਿਉਂਕਿ ਪਤਾ ਉਹਦਾ ਸੁਭਾਅ ਇਹੋ ਜਿਹਾ, ਉਹ ਦਿੰਦਾ ਨਹੀਂ, ਇਹਨਾਂ ਕੋਲੋਂ ਮੰਗਣ ਦੀ ਲੋੜ ਵੀ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉੱਥੇ ਜੋ ਇਤਿਹਾਸਕ ਵਾਰਤਾ ਉਹਦੇ ਅਨੁਸਾਰ ਉੱਥੇ ਇੱਕ ਚਸ਼ਮਾ ਜਿਹੜਾ ਸੀ, ਗੁਰੂ ਨਾਨਕ ਸਾਹਿਬ ਨੇ ਮਰਦਾਨੀ ਨੂੰ ਆਖਿਆ ਵੀ ਇਹ ਪੱਥਰ ਹਟਾ। ਪੱਥਰ ਹਟਾਇਆ ਤੇ ਕੁਦਰਤੀ ਉਹਦੇ ਵਿੱਚੋਂ ਪਾਣੀ ਜਿਹੜਾ ਸੀ, ਕਿਉਂਕਿ ਪਹਾੜੀਆਂ ਨੇ, ਪਹਾੜੀਆਂ ਤੋਂ ਪਾਣੀ ਜਿਹੜਾ ਸਿਮ ਜਾਂਦਾ, ਪਾਣੀ ਸੁੱਬਿਆ ਤੇ ਮਰਦਾਨੇ ਨੇ ਉਥੋਂ ਪਾਣੀ ਲਿਆ, ਪਾਣੀ ਪੀਤਾ। ਤਾਂ ਕੁਦਰਤੀ ਤੌਰ ਤੇ ਇੱਕ ਘਟਨਾ ਵਾਪਰੀ ਹੈ ਵੀ ਇਹ ਜਿਹੜਾ ਪਾਣੀ ਇਥੋਂ ਨਿਕਲਿਆ ਨਾ, ਜਿਸ ਥਾਂ ਦੇ ਉੱਤੇ ਉੱਚੇ ਤੇ ਵਲੀ ਕੰਧਾਰੀ ਨੇ ਉਹ ਸਰੋਵਰ ਛੱਪੜ ਪਾਣੀ ਰੋਕ ਕੇ ਰੱਖਿਆ ਹੋਇਆ ਸੀ, ਜਿੱਥੇ ਪਾਣੀ ਰੁਕਿਆ, ਉਹ ਪਾਣੀ ਦਾ ਨਿਕਾਸ ਉੱਥੇ ਸੀ, ਉਹ ਪਾਣੀ ਸਾਰਾ ਹੀ ਨਿਕਲ ਗਿਆ। ਹੁਣ ਜਿਹੜਾ ਉਹ ਪਾਣੀ ਦਾ ਮਾਣ ਕਰਦਾ ਸੀ ਉੱਥੇ ਪਾਣੀ ਨਹੀਂ ਰਿਹਾ, ਪਾਣੀ ਖਾਲੀ ਹੋ ਗਿਆ। ਹੁਣ ਉਹਨੂੰ ਇੱਕ ਗੱਲ ਜਿਹਦੀ ਪਹਿਲਾਂ ਮਨ 'ਚ ਈਰਖਾ ਹੈ ਉਹਨੇ ਨਾ ਕਰ ਦਿੱਤੀ ਹੈ, ਇਹ ਪਤਾ ਲੱਗਿਆ ਵੀ ਉਹਨੇ ਤੇ ਪਾਣੀ ਪੀ ਲਿਆ। ਦੂਜਾ ਇਹ ਵੇਖਿਆ ਵੀ ਮੇਰਾ ਮੁੱਕ ਗਿਆ, ਮੇਰੇ ਸਰੋਵਰ ਦਾ ਪਾਣੀ ਚਲਾ ਗਿਆ। ਬੜਾ ਗੁੱਸਾ ਆਇਆ, ਕ੍ਰੋਧ ਆਇਆ। ਗੁੱਸੇ ਵਸ ਹੋ ਕੇ, ਕ੍ਰੋਧ ਵਸ ਹੋ ਕੇ ਉਹਨੇ ਆਖਿਆ ਵੀ ਮੈਂ ਇਹਨਾਂ ਦੋਨਾਂ ਨੂੰ ਮਾਰ ਮਕਾਉਣਾ, ਵੀ ਜਿੱਥੇ ਇਹ ਬੈਠੇ ਨੇ ਉੱਚੇ ਥਾਂ ਤੋਂ ਮੈਂ ਇੱਕ ਪੱਥਰ ਸੁੱਟਣਾ ਤੇ ਦੋਨੋਂ ਮਾਰ ਦੇਣੇ ਨੇ ਥੱਲੇ ਦੇ ਕੇ। ਇਹਨੇ ਉੱਚੇ ਅਸਥਾਨ ਤੋਂ ਇੱਕ ਪੱਥਰ ਜਿਹੜਾ ਸੀ ਉਹ ਹੇਠਾਂ ਨੂੰ ਸੁੱਟ ਦਿੱਤਾ, ਰੋੜ ਦਿੱਤਾ। ਪੱਥਰ ਆਇਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤੇ ਭਾਈ ਮਰਦਾਨੇ ਨੇ ਆਪਣਾ ਬਚਾਅ ਕਰ ਲਿਆ। ਉਹਨਾਂ ਨੇ ਆਪਣਾ ਬਚਾਅ ਕਰ ਲਿਆ ਤੇ ਜਿਹੜਾ ਵਲੀ ਕੰਧਾਰੀ ਸੀ ਨਾ, ਉਹ ਇਹ ਸਾਰਾ ਦ੍ਰਿਸ਼ ਵੇਖਦਾ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਗੱਲ ਕਹੀ ਹੈ ਵਲੀ ਕੰਧਾਰੀ ਨੂੰ। ਮਹਾਰਾਜ ਕਹਿੰਦੇ ਜਿਹੜੇ ਅੱਲਾ ਦੇ ਨਾਲ ਜੁੜੇ ਹੁੰਦੇ, ਖੁਦਾ ਦੇ ਨਾਲ ਜੁੜੇ ਹੁੰਦੇ ਨੇ, ਉਹਨਾਂ ਦੇ ਆ ਸੁਭਾਅ ਨਹੀਂ ਹੁੰਦੇ। ਜੇ ਤੁਸੀਂ ਨਾਮ ਦੇ ਫਕੀਰ ਹੋ, ਜੇ ਤੁਸੀਂ ਫਕੀਰ ਹੋ ਤੇ ਤੁਹਾਡੇ ਅੰਦਰ ਇਹ ਹੰਕਾਰ ਭਰਿਆ ਪਿਆ, ਇਹਦਾ ਭਾਵ ਇਹ ਹੈ ਵੀ ਫਕੀਰੀ ਇੱਕ ਕੇਵਲ ਵਿਖਾਵਾ ਹੈ, ਅੰਦਰ ਨਹੀਂ ਹੈ। ਅੰਦਰ ਤੇ ਹੰਕਾਰ ਹੈ। ਫਕੀਰੀ ਲਿਬਾਸ ਨੂੰ ਬਣਾ ਲਿਆ। ਫਕੀਰੀ ਮਨ ਦੀ ਚਾਹੀਦੀ ਸੀ, ਤੇ ਜਿਨ੍ਹਾਂ ਦੇ ਮਨ ਦੀ ਫਕੀਰੀ ਹੁੰਦੀ ਹੈ ਉਹਨਾਂ ਦੇ ਅੰਦਰ ਇੰਨਾ ਹੰਕਾਰ ਨਹੀਂ ਹੁੰਦਾ। ਸੱਟ ਵੱਜੀ ਮਨ ਨੂੰ
ਤੇ ਆਖਰ ਉਹ ਗੁਰੂ ਨਾਨਕ ਸਾਹਿਬ ਜੀ ਦੇ ਕੋਲੋਂ ਫਿਰ ਭੁੱਲ ਬਖਸ਼ਾਉਂਦਾ ਵੀ ਮੈਂ ਈਰਖਾ ਕ੍ਰੋਧ ਵਸ ਹੋ ਕੇ, ਕਿਉਂਕਿ ਜਦੋਂ ਕ੍ਰੋਧ ਹੁੰਦਾ ਨਾ, ਜਿੱਥੇ ਈਰਖਾ ਹੋਵੇਗੀ, ਈਰਖਾ ਦੇ ਵਸ ਹੋ ਕੇ ਕ੍ਰੋਧ ਪੈਦਾ ਹੁੰਦਾ, ਤੇ ਜਦੋਂ ਕ੍ਰੋਧ ਪੈਦਾ ਹੁੰਦਾ ਇਨਸਾਨ ਆਪਣੇ ਕਰਮ ਨੂੰ ਭੁੱਲ ਜਾਂਦਾ ਵੀ ਮੈਂ ਕੀ ਕਰਦਾ ਪਿਆ। ਉਹ ਇਨਸਾਨ ਤੋਂ, ਮਨੁੱਖ ਤੋਂ ਜਾਨਵਰ ਪਸ਼ੂ ਬਣਨ ਲੱਗਿਆਂ ਦੇਰ ਨਹੀਂ ਲਾਉਂਦਾ ਕ੍ਰੋਧ ਵਸ ਹੋ ਕੇ। ਉਹਨੂੰ ਹੁਣ ਖਿਆਲ ਆਇਆ ਵੀ ਮਨਾ ਮੈਂ ਤੇ ਫਕੀਰ ਸੀ ਤੇ ਮੈਂ ਕੀ ਕਰ ਬੈਠਾ, ਇਹ ਵੀ ਤਾਂ ਰੱਬ ਦੇ ਨਾਲ ਜੁੜੇ ਹੋਏ ਲੋਕ ਨੇ, ਇਹਨਾਂ ਦੀ ਤਾਂ ਵਡਿਆਈ ਹੈ, ਮੈਂ ਫਕੀਰ ਮੰਨਦਾ ਨਹੀਂ ਬਣਿਆ। ਖੈਰ ਇੱਕ ਵੱਖਰਾ ਵਿਸ਼ਾ ਸੀ। ਉਹਨੇ ਗੁਰੂ ਨਾਨਕ ਸਾਹਿਬ ਦੇ ਕੋਲੋਂ ਖਿਮਾ ਮੰਗੀ ਹੈ ਆਪਣੇ ਵਰਤਾਰੇ ਦੀ, ਵੀ ਮੈਂ ਜੋ ਕੀਤਾ ਮੇਰਾ ਗੁਨਾਹ, ਮੇਰੀ ਗਲਤੀ ਹੈ। ਪਹਿਲੀ ਗਲਤੀ ਇਹ ਹੈ ਪਾਣੀ ਤੋਂ ਇਨਕਾਰ ਕੀਤਾ, ਦੂਜੀ ਗਲਤੀ ਇਹ ਹੈ ਮੈਂ ਤੁਹਾਡਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਉਹ ਜਿਹੜਾ ਪੱਥਰ ਗੁਰੂ ਨਾਨਕ ਸਾਹਿਬ ਨੇ ਜਿੱਥੋਂ ਆਪਣੇ ਆਪ ਨੂੰ ਬਚਾਇਆ, ਮਰਦਾਨੇ ਨੂੰ ਬਚਾਇਆ ਸੀ, ਉਹ ਪੱਥਰ ਉੱਥੇ ਪਿਆ। ਇਤਿਹਾਸਕ ਤੱਥਾਂ ਦੇ ਮੁਤਾਬਕ ਇਸ ਪੱਥਰ ਨੂੰ ਮੁੜ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਉੱਤੇ ਸੰਭਾਲਿਆ ਗਿਆ ਤੇ ਟਿਕਾਇਆ ਗਿਆ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਯਾਦ ਦੇ ਵਿੱਚ ਉਹ ਪੱਥਰ ਜਿਹੜਾ ਉੱਥੇ ਪਿਆ, ਤੇ ਉਸ ਅਸਥਾਨ ਨੂੰ ਪੰਜਾ ਸਾਹਿਬ ਦਾ ਨਾਮ ਜਿਹੜਾ ਉਹ ਦਿੱਤਾ ਗਿਆ। ਇਸ ਨਾਮ ਦੇ ਉੱਤੇ ਉਹ ਅਸਥਾਨ ਪ੍ਰਸਿੱਧ ਹੋ ਗਿਆ ਕਿ ਗੁਰੂ ਨਾਨਕ ਸਾਹਿਬ ਨੇ ਪੰਜਾ ਲਾ ਕੇ ਹੱਥ ਦੇ ਕੇ ਇਸ ਪੱਥਰ ਨੂੰ ਰੋਕਿਆ ਸੀ, ਭਾਵ ਬਚਾਇਆ ਸੀ ਆਪਣੇ ਆਪ ਨੂੰ। ਉੱਥੇ ਧਾਰਮਿਕ ਸਥਾਨ ਬਾਅਦ ਵਿੱਚ ਹੋਂਦ ਵਿੱਚ ਆਇਆ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਉੱਤੇ ਜਦੋਂ ਬਹੁਤ ਸਾਰੇ ਧਾਰਮਿਕ ਸਥਾਨ ਬਣਾਏ ਨੇ ਨਾ, ਉਸ ਸਮੇਂ ਦੇ ਉੱਤੇ ਇੱਥੇ ਵੀ ਇੱਕ ਗੁਰਦੁਆਰਾ ਬਣਾਇਆ ਗਿਆ ਗੁਰੂ ਨਾਨਕ ਸਾਹਿਬ ਦੀ ਯਾਦ ਦੇ ਵਿੱਚ, ਪੰਜਾ ਸਾਹਿਬ। ਹੁਣ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਦੇ ਉੱਤੇ ਇਹ ਘਟਨਾ ਇੱਥੇ ਵਾਪਰੀ ਹੈ, ਇਹਨੂੰ ਕਵੀ ਨਿਹਾਲ ਸਿੰਘ ਜੀ ਨੇ, ਉਹਨਾਂ ਨੂੰ ਸੰਤ ਕਵੀ ਨਿਹਾਲ ਸਿੰਘ ਆਖਿਆ ਗਿਆ। ਉਹਨਾਂ ਨੇ 2 ਕਵਿਤ ਲਿਖੇ ਨੇ, ਉਹ ਇੱਥੇ ਕਵਿਤ ਮੈਂ ਪੜ੍ਹ ਕੇ ਸੁਣਾਉਣੇ ਨੇ ਕਿ ਉਹ ਸਾਰੀ ਵਾਰਤਾ ਜਿਹੜੀ ਸੀ ਨਾ, ਜੋ ਗੁਰੂ ਨਾਨਕ ਸਾਹਿਬ ਦੇ ਨਾਲ ਵਰਤਿਆ ਤੇ ਜੋ ਵਲੀ ਕੰਧਾਰੀ ਨੇ ਕੀਤਾ, ਉਹਨੂੰ ਉਹਨਾਂ ਨੇ ਬਿਆਨ ਕੀਤਾ ਹੈ। ਉੱਥੇ ਉਹ ਬਚਨ ਬੜੇ ਸੋਹਣੇ ਕੀਤੇ ਗਏ ਨੇ। ਉਹ ਕਹਿੰਦੇ ਨੇ, ਪੀਰਨ ਕੋ ਪੀਰ ਪੀਰ, ਪੀਰਨ ਕੋ ਪੀਰ ਗਇਓ। ਗੁਰੂ ਨਾਨਕ ਸਾਹਿਬ ਜੀ ਦੀ ਇਹ ਵਡਿਆਈ ਉਹਨਾਂ ਨੇ ਕੀਤੀ ਹੈ। ਗੁਰੂ ਨਾਨਕ ਸਾਹਿਬ ਨੂੰ ਆਖਿਆ ਗਿਆ ਉਹ ਪੀਰਾਂ ਦੇ ਪੀਰ ਨੇ, ਗੁਰੂਆਂ ਦੇ ਗੁਰੂ ਨੇ, ਭਾਵ ਇੱਕ ਮਹਾਨ ਹਸਤੀ, ਮਹਾਨ ਸ਼ਖਸੀਅਤ ਦੇ ਮਾਲਕ ਨੇ ਗੁਰੂ ਨਾਨਕ ਸਾਹਿਬ। ਤੇ ਬੜਾ ਸੋਹਣਾ ਉਹਨਾਂ ਨੇ ਜ਼ਿਕਰ ਕੀਤਾ। ਉਹ ਕਹਿੰਦੇ, ਦੇਖਿਓ ਪੀਰ ਗਇਓ ਪਾਣੀ, ਪਾਣੀ ਨਾ ਪਰਤ ਪਾਣੀ, ਪਾਣੀ ਪਰ ਮਾਰ ਪਾਣੀ, ਫੇਰਿਓ ਫਿਰ ਪਾਣੀ ਹੈ। ਇੱਥੇ ਪਾਣੀ ਸ਼ਬਦ ਜਿਹੜਾ, ਇਹਦੇ ਕਈ ਅਰਥ ਨੇ। ਅਸੀਂ ਕਈ ਵਾਰੀ ਇੱਕ ਸ਼ਬਦ ਦੇ ਇੱਕੋ ਅਰਥ ਦੇ ਉੱਤੇ ਟਿਕ ਕੇ ਬਹਿ ਜਾਂਦੇ ਹਾਂ। ਇੱਥੇ ਪਾਣੀ ਸ਼ਬਦ ਜਿਹੜਾ, ਇਹਦੇ ਕਈ ਅਰਥ ਕੀਤੇ ਨੇ। ਦੇਖਿਓ ਪੀਰ ਗਇਓ ਪਾਣੀ, ਪਾਣੀ ਨਾ ਪਰਤ ਪਾਣੀ। ਉਹ ਕਹਿੰਦਾ ਪੀਰ ਵਲੀ ਕੰਧਾਰੀ ਨੇ ਦੇਖਿਆ ਵੀ ਮੇਰਾ ਪਾਣੀ ਚਲਾ ਗਿਆ, ਹੁਣ ਇਹ ਵਾਪਸ ਨਹੀਂ ਆਉਂਦਾ। ਪਾਣੀ ਪਰ ਮਾਰ ਪਾਣੀ, ਫੇਰਿਓ ਫਿਰ ਪਾਣੀ ਹੈ। ਹੱਥ ਤੇ ਹੱਥ ਮਾਰਿਆ ਤੇ ਸਿਰ ਹਿਲਾਉਂਦਾ ਪਿਆ ਵੀ ਮਨਾ ਇਹ ਕੀ ਵਾਪਰ ਗਿਆ। ਉਹਦੇ ਅਰਥ ਨੇ, ਦੇਖਿਓ ਪੀਰ ਗਇਓ ਪਾਣੀ, ਪਾਣੀ ਨਾ ਪਰਤ ਪਾਣੀ, ਪਾਣੀ ਪਰ ਮਾਰ ਪਾਣੀ, ਫੇਰਿਓ ਫਿਰ ਪਾਣੀ ਹੈ। ਤਨੀ ਗਈ ਕਮਾਨੀ, ਗਟਕ ਪਾਣੀ ਪਰ ਗਟਕ ਪਾਣੀ, ਗਟਿਓ ਨਿਹਾਲ ਸਿੰਘ, ਚੜਿਓ ਤੁਰਾਨੀ ਹੈ। ਉਹ ਕਹਿੰਦੇ ਵੀ ਉਹਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ, ਮੱਥੇ ਦੇ ਉੱਤੇ ਤਿਉੜੀ ਪੈ ਗਈ, ਔਖੇ ਸਾਹ ਲੈਂਦਾ ਪਿਆ, ਬੜਾ ਗੁੱਸਾ, ਬੜਾ ਕ੍ਰੋਧ ਆ ਗਿਆ ਵੀ ਇਹ ਕੀ ਵਾਪਰ ਗਿਆ ਇੱਥੇ, ਵੀ ਉਹਨਾਂ ਨੇ ਤੇ ਪਾਣੀ ਪੀ ਲਿਆ, ਮੇਰਾ ਪਾਣੀ ਖਤਮ ਹੋ ਗਿਆ। ਗੁੱਸੇ ਦੇ ਵਿੱਚ ਹੈ। ਫਿਰ ਉਹ ਕਹਿੰਦੇ ਬੜਾ ਔਖੇ ਸਾਹ ਲੈਂਦਾ, ਬੜਾ ਕ੍ਰੋਧ ਦੇ ਵਸ ਹੋਇਆ ਹੈ। ਤਨੀ ਗਈ ਕਮਾਨੀ, ਪਾਣੀ ਪਰ ਗਟਕ ਪਾਣੀ, ਗਟਿਓ ਨਿਹਾਲ ਸਿੰਘ, ਚੜਿਓ ਤੁਰਾਨੀ ਹੈ। ਤੇ ਕਵੀ ਨਿਹਾਲ ਸਿੰਘ ਕਹਿੰਦੇ ਵੀ ਉਹਨੂੰ ਇੱਕ ਕ੍ਰੋਧ ਆ ਗਿਆ, ਬੜਾ ਗੁੱਸਾ ਆ ਗਿਆ। ਹੁਣ ਗੁੱਸੇ ਵਸ ਹੋ ਕੇ ਉਹਨੇ ਕੀ ਕੀਤਾ, ਜਦੋਂ ਗੁੱਸਾ ਚੜਿਆ, ਅਤ ਹੀ ਗੁਸ਼ੈਲ ਗੁੰਮਸ਼ਿਦ,
बड़े गुस्से दे विच हो गया, बड़ा गुस्सैल उहदा सुभाव बन गया। ते उहने की कीता, एक उन्हें पत्थर लिया, दीनी ओ गराए जहां रब सस कंजा है, जिथे गुरु नानक साहब सी पत्थर उथे उन्हें सुट दिता। अत ही गुशैल गुमशुद्ध गिर गटी लै, दीनी ओ गराए जहां रब सस कंजा है। आवत आनंद कंद जग बंद देखियो, दीनी ओ गड़ाए पाप गंजा कर गंजा है। गुरु नानक साहब ने देखिया ते पत्थर तो अपने आप को बचा लिया, रोक दिता पत्थर में। वो कहते कई बार तुरकन तरसायो सो निहाल सिंह, निकसियो नवीन बीच पंजे हुके पंजा है। कई बारी कुछ हाकमां ने कुछ मुगलों ने चाहया सी भी वो गुरु नानक साहब के पत्थर के उत्ते जिहड़ा निशान पंजे का बनया उन्होंने मिटाया जाए। कईयां ने कोशिश की, पर उस निशान नूं, पंजे के निशान नूं मिटा ना सके। कई बार तुरकन तरसायो सो निहाल सिंह, निकसियो नवीन बीच पंजे हुके पंजा है। तो उहदे बारे उन्होंने एक उदाहरण दी है। उदाहरण दे के आखिया, वो कहते कि जिवें केले नूं छिलीए, केले दे छिलके लाउणे पैंदे ने उहनूं खाण वास्ते। ते एक उदाहरण जिहड़ी है महाभारत के समय की है। दुर्योधन की कचहरी दे विच, दरबार दे विच जिवें द्रौपदी नूं निर्वस्त्र करन दा यतन किया गया सी, पर उहदे विच कामयाब नहीं हो सके। वो जिवें उन्हां दे कपड़े उत्थे आउंदे रहे ने, दुर्योधन उहदे विच कामयाब नहीं हो सकिया। उस तरह ही ये जिहड़ा पत्थर सी ना, इहनूं मिटाउण दा ते यतन बड़ा किया गया, पर यह गुरु नानक साहब जी की एक यादगार जिहड़ी है सुशोभित रही है, मिटाई नहीं जा सकी। खैर, ये गुरु नानक साहब जी का समा बतीत होया, एक लंबा समा चलिया। सिख कौम दे विच बहुत सारे उतरा चढ़ा आए। गुरु गोबिंद सिंह महाराज जी के समय तो सिखां का समा आया, खालसे का समा। बड़ियां शहादतां दे जाम पीते सिखां ने। उन्हां समयां दे विच जिहड़े गुर अस्थान सन, जिन्ने भी उन्हां दा प्रबंध जिहड़ा सी वो उदासियां दे कोल चला गया। समा बतीत हुंदा गया। मिसलां दा समा आ गया। मिसलां तो अगे महाराजा रणजीत सिंह दा समा आ गया। बहुत सारे होर धार्मिक स्थान बनाए, पर जिहड़ी सिख मर्यादा सी उहनूं महाराजा रणजीत सिंह ने भी लागू नहीं करवाया, नहीं किया। उन्हें भी धार्मिक स्थानां दे जमीनां जायदादां ते बहुत उन्हां दे नाम ते कर दित्तियां, जगीरां ला दित्तियां। मंदिरां नूं भी बहुत उन्हें चढ़ावा दिता, सोना दिता। हरमंदर साहिब नूं भी जिहड़ा ये सोना बाद विच लगाया गया सी, ते ये भी महाराजा रणजीत सिंह ने लगवाया सी। उन्हें मंदिरां नूं भी दिता ते हरमंदर साहिब नूं भी दिता। ते जिहड़ा गोल्डन टैंपल नाम पिया ना, वो ये सोने का करके नाम पिया। खैर, महाराजा रणजीत सिंह के समय के उत्ते भी गुरु धामां की जिहड़ी संभाल सी, मर्यादा के अनुसार वो नहीं हो सकी। उन्हां दा प्रबंध उन्हां समयां दे विच भी उदासियां दे कोल रहा। एक समा आ गया जदों एक संकट पैदा हो गया सिख कौम दे विच। जिहड़े धार्मिक स्थान, जिहड़े गुरुद्वारे सन ना, मुख गुरुद्वारे, उन्हां दे विच जिहड़ा उदासियां दा प्रबंध सी, वो महंती सिस्टम उन्हां थावां ते शुरू हो गया। उन्हां तो अगे जदों उहदी मौत हो जाती, उहदा पुੱਤ अगे महंत बन जाता। वो महंत बनन दे नाल उन्हां गुरुद्वारियां नूं उन्हां ने अपणियां निजी जायदादां बना लिया। इथों तक तरन ताਰਨ ਦਾ ਜਿਹੜਾ ਗੁਰਦੁਆਰਾ ਸਾਹਿਬ है, ਅੰਮ੍ਰਿਤਸਰ ਦੇ ਜਿਹੜੇ श्री हरमंदर साहिब ਜਿਹੜਾ ਗੁਰਦੁਆਰਾ, इथों का प्रबंध ननकाना साहिब का, ਪੰਜਾ साहिब का, आनंदपुर साहिब का, बहुत सारे ਜਿਹੜੇ उन्हां ਸਮਿਆਂ ਦੇ ਵਿੱਚ गुरुद्वारा प्रबंधक कमेटी ਜਿਹੜੀ ਹੋਂਦ ਵਿੱਚ ਸਿੱਖਾਂ ਦੇ ਵੱਲੋਂ ਇਹ ਉਪਰਾਲਾ ਕੀਤਾ ਗਿਆ ਵੀ ਇਹਨਾਂ ਮਹੰਤਾਂ ਦੇ ਕੋਲੋਂ ਇਹ ਜਿਹੜੇ ਗੁਰਦੁਆਰੇ ਆਜ਼ਾਦ ਕਰਵਾਉਣੇ ਨੇ। ਬੜੇ ਮੋਰਚੇ ਲੱਗੇ। ਅੰਮ੍ਰਿਤਸਰ ਦੇ ਨੇੜੇ ਹੀ ਕੋਈ 20 ਕਿਲੋਮੀਟਰ ਦੀ ਦੂਰੀ ਤੇ ਇੱਕ ਸਥਾਨ ਸੀ, ਉੱਥੇ ਗੁਰੂ ਅਰਜਨ ਸਾਹਿਬ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਹੁੰਚੇ ਸਨ। ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਬਣਿਆ ਗੁਰੂ ਕਾ ਬਾਗ। ਔਰ ਗੁਰੂ ਕੇ ਬਾਗ ਦਾ ਇੱਕ ਮੋਰਚਾ ਲੱਗਿਆ ਸਿੱਖਾਂ ਦਾ। ਉਹ ਅਸਥਾਨ ਜਿਹੜਾ ਸੀ ਉੱਥੋਂ ਵੀ ਛੁਡਵਾਇਆ ਜਾਣਾ ਸੀ।
सन 1922 का समा है। अगस्त सतंबर के जोड़े महीने सन, इन्होंने समियां के उत्ते जदों इत्थों का प्रबंध जोड़ा सी गुरु के बाग का जोड़ा गुरु अर्जन साहब की यादगार, गुरु तेग बहादुर साहब की यादगार में बनया होया, वो गुरुद्वारे का प्रबंध जोड़ा सी श्रोमणी कमेटी ने लै लिया। जी सिख संस्था जी बनी सी होंद विच आई, प्रबंध लै लिया। बाद विच इस गुरुद्वारे के लंगर वास्ते जिहड़ा इत्थे एक बाग सी, उस बाग दे विचों लकड़ां लैण गए सिख जिहड़े ने उन्हां नूं फड़ लिया, मारिया, कुटिया। महंत जिहड़े सन वो छेती किते कब्जा देंदे नहीं सन गुरुद्वारियां दा। असीं बहुत ज़्यादा जे ये समा देखीए ना भी गुरुद्वारियां दे प्रबंध लए किवें ने, किन्नियां कुछ शहीदियां होईयां ने, किन्नी क कतलो गारत हुई, एक वखरा विशा बनदा। ये गुरु के बाग का मोर्चा इसे गल ते लग्या भी वो लकड़ां लैणियां सन, लकड़ां दित्तियां नहीं गईयां। बाद विच उत्थे रिपोर्ट की गई है, सरकार ने दखलअंदाजी की, अंग्रेज सरकार ने। अंग्रेज सरकार ने जो दखलअंदाजी की गुरु के सिखां ने जाके उस बाग दे विच फिर अखंड पाठ साहब रखना चाहया, उन्होंने उहदी भी बेअदबी की। सिखां ने मोर्चा ला दिता। जदों मोर्चा लाया उस मोर्चे दे विच गिरफ्तारियां होण लग पईयां। रोज़ उत्थे डांग जिहड़ी सी अंग्रेज़ों के वलों चलाई जाती, जिहड़ी पुलिस सी उस समय की। अंग्रेज़ों ने अत दा जुल्म किया उस समय ते गुरु के बाग के मोर्चे दे विच सिखां दे उत्ते। पर सिखां ने रोज़ उत्थे हुण गिरफ्तारियां देनियां शुरू कर दित्तियां। 2500 के करीब जिहड़ियां गिरफ्तारियां हो चुकियां सन सिखां दीयां। ते गुरु के बाग का जिहड़ा मोर्चा लग्या 2500 के करीब गिरफ्तारियां हो गई। तो अंग्रेज़ों ने यह ऐलान किया कि जिन्ने सिख आउंदे ने सारे गिरफ्तार करो। उन्होंने 10,000 वास्ते प्रबंध कर लिया भी इन्होंने किवें रखना। एक जथा जिहड़ा सी गुरु के बाग के मोर्चे के जिहड़े गिरफ्तार किए हुए सिख ने, उन्हां विचों एक जथा जिहड़ा सी वो अटक जेल दे विच भेजना सी। रावलपिंडी तो ये जथे नूं लिया गया, पहला उत्थे कैद किए गए। रावलपिंडी तो ये जिहड़ी ट्रेन दे विच बिठा के इन्हां नूं ते अटक जेल दे विच लैके जाना सी अंग्रेज़ां ने। उहदा बड़ा पुख्ता प्रबंध किया गया सी। हुण ये ट्रेन जिहड़ी है इहदे विच सिख बैठे हुए ने। दूसरे पासे जिथे असीं जिक्र सरवण कीता सी गुरु नानक साहब महाराज जी की यादगार विच बनिया होया स्थान, वो राह दे विच स्टेशन पै जांदा पंजा साहिब का जिहड़ा स्टेशन सी हसन अबदाल का। ये ट्रेन जिहदे विच वो जिहड़े गुरु के बाग के मोर्चे के कैदी सिख सन, जिन्हां विच ट्रेन दे विच जिन्हां नूं लैके जाना, वो ट्रेन जिहड़ी सी पंजा साहिब जिहड़ा रेलवे स्टेशन सी इत्थों हो के अगे जानी है। उत्थे दे बहुत सारे सिखां नूं जदों पता लग्या भी ट्रेन दे विच सिखां नूं लैके जाना कैद किए हुए ने, ते अंग्रेज़ां दे वल्लों इन्हां सिखां नूं भुखे रखिया जांदा सी, प्यासे रखिया जांदा सी, बड़ा जुल्म किया जांदा सी। गुरु के बाग के मोर्चे दे विच बहुत ज़्यादा जुल्म जिहड़ा सी उस समय दे अंग्रेज़ां ने कीता, उस समय की पुलिस ने कीता। जदों ये पंजा साहिब के जिहड़े सिख सन उत्थों दीयां संगतां जिहड़ियां सन उन्होंने पता लग्या भी इत्थों सिखां नूं ट्रेन के द्वारा लैके जाना, उन्होंने फिर एक मीटिंग की है। उस मीटिंग के विच जिहड़े मुखी सन वो सी एक भाई प्रताप सिंह, वो सी पंजा साहिब गुरुद्वारे का मैनेजर। लगभग 23 साल ते कोई 6 महीने उहदी उम्र सी। 23 साल ते 6 महीनों की उहदी उम्र सी, नौजवान सी। थोड़ा समा होया सी उहदा आनंद कारज हुए। उहदा नाम सी भाई प्रताप सिंह। एक होर सिख है, उहदा नाम है भाई करम सिंह। आनंदपुर दे विच एक महंत सी भाई भगवान सिंह। उन्होंने बाद विच जदों ये गुरुद्वारा सुधार लहर चली है तो उहदे विच इत्थों दी महंती छड्ड दित्ती ते उन्होंने अमृत छक लिया परिवार ने। भाई भगवान सिंह का पुत्र सी, उहदा नाम सी करम सिंह। ये करम सिंह महंत बनया, ये समय के उत्ते इन्होंने अमृत छकिया, गुरु वाले बने। तो इन्होंने वो आनंदपुर का प्रबंध जिहड़ा सी वो कमेटी नूं दे दिता। ये भी सिख जिहड़ा उन्हां समयां दे विच उत्थे हसन अबदाल दे विच पंजा साहिब दे विच है। भाई प्रताप सिंह ते भाई करम सिंह ने मिल के सारी संगत एकत्र की है
ਤੇ ਉਹਨਾਂ ਨੇ ਇੱਕ ਉਪਰਾਲਾ ਕੀਤਾ ਵੀ ਜਿਹੜੇ ਇੱਥੋਂ ਕੈਦੀ ਸਿੱਖਾਂ ਨੂੰ ਲੈ ਕੇ ਟ੍ਰੇਨ ਦੇ ਵਿੱਚ ਜਾਣਾ, ਜਦੋਂ ਇਹ ਸਟੇਸ਼ਨ ਦੇ ਉੱਤੇ ਗੱਡੀ ਰੁਕਣੀ ਹੈ ਤੇ ਅਸੀਂ ਉਹਨਾਂ ਨੂੰ ਲੰਗਰ ਛਕਾਉਣਾ। ਸੰਗਤਾਂ ਨੇ ਬੜਾ ਉਤਸ਼ਾਹ ਜਿਹੜਾ ਸੀ ਦਿੱਤਾ, ਇਹਨਾਂ ਨੇ ਲੰਗਰ ਤਿਆਰ ਕਰ ਲਿਆ। ਉਹਦੇ ਤੋਂ ਬਾਅਦ ਜਿਹੜਾ ਸਟੇਸ਼ਨ ਮਾਸਟਰ ਸੀ ਉਹਦੇ ਨਾਲ ਗੱਲਬਾਤ ਕੀਤੀ ਗਈ ਹੈ ਵੀ ਤੁਸੀਂ ਇੱਥੇ ਗੱਡੀ ਜਿਹੜੀ ਆ ਰੋਕ ਲੈਣੀ, ਜਿਹੜੇ ਕੈਦੀ ਸਿੱਖ ਨੇ ਅਸੀਂ ਉਹਨਾਂ ਨੂੰ ਲੰਗਰ ਛਕਾਉਣਾ, ਭੁੱਖੇ ਨੇ, ਉਹਨਾਂ ਨੂੰ ਇੱਥੋਂ ਲੈ ਕੇ ਜਾ ਰਹੇ ਨੇ। ਗੁਰੂ ਕੇ ਬਾਗ ਦੇ ਮੋਰਚੇ ਦੇ ਜਿਹੜੇ ਸਿੱਖ ਨੇ ਗ੍ਰਿਫਤਾਰ ਕੀਤੇ ਹੋਏ, ਅਸੀਂ ਉਹਨਾਂ ਦੀ ਸੇਵਾ ਕਰਨੀ ਹੈ, ਲੰਗਰ ਛਕਾਉਣਾ, ਤੇ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਇੱਥੇ ਗੱਡੀ ਕੁਝ ਸਮੇਂ ਵਾਸਤੇ ਰੋਕ ਲੈਣੀ। ਉਹਨੇ ਇਨਕਾਰ ਕਰ ਦਿੱਤਾ। ਉਹ ਕਹਿੰਦਾ ਵੀ ਇਹ ਮੇਰੇ ਵੱਸ ਦੀ ਗੱਲ ਨਹੀਂ, ਤੇ ਮੈਨੂੰ ਇਹ ਆਰਡਰ ਨਹੀਂ ਹੈ, ਮੈਨੂੰ ਹੁਕਮ ਨਹੀਂ ਹੈ ਇੱਥੇ ਗੱਡੀ ਰੋਕਣ ਦਾ। ਤੇ ਭਾਈ ਪ੍ਰਤਾਪ ਸਿੰਘ ਤੇ ਕਰਮ ਸਿੰਘ ਨੇ ਗੱਲ ਆਖੀ ਆ, ਉਹ ਕਹਿੰਦੇ ਵੀ ਤੁਸੀਂ ਇਹਦੀ ਅੱਗੇ ਇਜਾਜ਼ਤ ਲੈ ਲਓ, ਪਰਮਿਸ਼ਨ ਲੈ ਲਓ ਇਹਦੀ ਗੱਡੀ ਨੂੰ ਰੁਕਵਾਉਣ ਦੀ। ਉਹਨੇ ਵੀ ਗੱਲਬਾਤ ਸਟੇਸ਼ਨ ਮਾਸਟਰ ਨੇ ਕੀਤੀ ਹੈ, ਪਰ ਉਹ ਗੱਲ ਮਨਜ਼ੂਰ ਨਹੀਂ ਹੋਈ। ਜਦੋਂ ਇਹ ਗੱਲ ਸਾਹਮਣੇ ਆਈ ਹੈ ਨਾ ਵੀ ਜਿਹੜੇ ਕੈਦੀ ਸਿੱਖ ਨੇ ਉਹਨਾਂ ਨੂੰ ਲੰਗਰ ਛਕਾਇਆ ਜਾਣਾ, ਵੀ ਉਹਨਾਂ ਨੇ ਰੱਦ ਕਰ ਦਿੱਤੀ। ਇਹ ਜਿਹੜੀ ਉਹਨਾਂ ਦੀ ਐਪਲੀਕੇਸ਼ਨ ਆਈ ਸੀ, ਜੋ ਉਹਨਾਂ ਨੇ ਰਿਕੁਐਸਟ ਕੀਤੀ, ਬੇਨਤੀ ਕੀਤੀ ਸੀ, ਉਹ ਰੱਦ ਕਰ ਦਿੱਤੀ। ਸਟੇਸ਼ਨ ਮਾਸਟਰ ਨੇ ਇਹਨਾਂ ਨੂੰ ਦੱਸ ਦਿੱਤਾ ਵੀ ਮੇਰੇ ਵੀ ਵੱਸ ਦੀ ਗੱਲ ਨਹੀਂ ਹੈ, ਮੈਨੂੰ ਉਤੋਂ ਵੀ ਆਰਡਰ ਆ ਗਏ ਨੇ ਵੀ ਇਹ ਗੱਡੀ ਇੱਥੇ ਰੋਕਣੀ ਨਹੀਂ ਹੈ ਕਿਸੇ ਵੀ ਕੀਮਤ ਤੇ। ਤੋਂ ਭਾਈ ਪ੍ਰਤਾਪ ਸਿੰਘ ਤੇ ਕਰਮ ਸਿੰਘ ਨੇ ਆਖਿਆ ਜੀ ਦੇਖੋ, ਅਸੀਂ ਤਾਂ ਸੰਗਤਾਂ ਦੇ ਨਾਲ ਮਿਲ ਕੇ ਗੁਰੂ ਕੀ ਹਜ਼ੂਰੀ ਦੇ ਵਿੱਚ ਬਹਿ ਕੇ ਇਹ ਫੈਸਲਾ ਕਰ ਚੁੱਕੇ ਹਾਂ ਵੀ ਅਸੀਂ ਲੰਗਰ ਛਕਾਉਣਾ। ਤੇ ਉਹ ਕਹਿੰਦਾ ਵੀ ਤੁਸੀਂ ਗੱਡੀ ਰੋਕਣੀ ਜਾਂ ਨਹੀਂ ਰੋਕਣੀ ਇਹ ਤੁਹਾਡੇ ਉੱਤੇ ਹੈ, ਅਸੀਂ ਉੱਥੇ ਲੰਗਰ ਲੈ ਕੇ ਜਾਣਾ ਤੇ ਅਸੀਂ ਉੱਥੋਂ ਗੱਡੀ ਜਾਣ ਨਹੀਂ ਦੇਣੀ। ਇਹਨਾਂ ਨੇ ਅੱਗੋਂ ਗੱਲ ਕਹਿ ਦਿੱਤੀ। ਉਹ ਕਹਿੰਦਾ ਵੀ ਤੁਸੀਂ ਜੋ ਮਰਜ਼ੀ ਕਰੋ ਪਰ ਗੱਡੀ ਇੱਥੇ ਰੁਕਣੀ ਨਹੀਂ ਹੈ। ਸਟੇਸ਼ਨ ਮਾਸਟਰ ਜਿਹੜਾ ਸੀ ਉਹ ਆਪਣੀ ਮਜਬੂਰੀ ਦੱਸਦਾ ਪਿਆ। ਹੁਣ ਉਹ ਦਿਨ ਆ ਗਿਆ 30 ਅਕਤੂਬਰ ਸਨ 1922 ਦਾ ਦਿਨ ਹੈ। 30 ਅਕਤੂਬਰ ਉਹ ਗੱਡੀ ਜਿਹੜੀ ਆ ਉਹਨਾਂ ਸਿੱਖਾਂ ਨੂੰ ਲੈ ਕੇ ਉੱਥੋਂ ਚੱਲੀ ਹੈ। ਉਹਦੇ ਵਿੱਚ ਬਿਠਾਏ ਗਏ ਤੇ ਬੜੀ ਉਹਨਾਂ ਦੀ ਤਕੜਾਈ ਕੀਤੀ ਗਈ ਸੀ, ਪਹਿਰੇ ਲਾਏ ਗਏ ਨੇ ਵੀ ਇਹਨਾਂ ਦੇ ਨਾਲ ਕਿਸੇ ਨੂੰ ਰਾਹ ਵਿੱਚ ਮਿਲਣ ਨਹੀਂ ਦੇਣਾ। ਵੀ ਜਿੱਥੇ ਵੀ ਗੱਡੀ ਖੜੀ ਹੁੰਦੀ ਹੈ ਬੜੇ ਸਖਤ ਪਹਿਰੇ ਹੁੰਦੇ ਸਨ, ਅੰਗਰੇਜ਼ਾਂ ਦੇ ਵੱਲੋਂ ਲਗਾਏ ਗਏ। ਜਦੋਂ ਉਹ ਗੱਡੀ ਚੱਲੀ ਹੈ ਤੇ ਇਧਰ ਸਟੇਸ਼ਨ ਮਾਸਟਰ ਦੇ ਨਾਲ ਸਿੱਖਾਂ ਨੇ ਫਿਰ ਵਾਰ-ਵਾਰ ਗੱਲਬਾਤ ਕੀਤੀ ਆ ਵੀ ਅਸੀਂ ਲੰਗਰ ਲੈ ਕੇ ਇੱਥੇ ਪਹੁੰਚ ਚੁੱਕੇ ਹਾਂ, ਅਸੀਂ ਇੱਥੋਂ ਗੱਡੀ ਜਾਣ ਨਹੀਂ ਦੇਣੀ। ਉਹ ਕਹਿੰਦਾ ਗੱਡੀ ਰੁਕਣੀ ਨਹੀਂ। ਤੇ ਇਹਨਾਂ ਨੇ ਆਖਿਆ ਵੀ ਅਸੀਂ ਸਾਰੇ ਫਿਰ ਪਟੜੀ ਦੇ ਵਿੱਚ ਬਹਿਣ ਲੱਗੇ। ਇਹ ਫਿਰ ਅੱਗੇ ਬਹਿ ਗਏ। ਜਿੰਨੀ ਸੰਗਤ ਇਕੱਤਰ ਸੀ ਉੱਥੇ ਉਹ ਸਾਰੀ ਉਸ ਲਾਈਨ ਦੇ ਵਿੱਚ ਬਹਿ ਗਈ ਹੈ। ਉਹ ਸਟੇਸ਼ਨ ਤੇ ਜਿਹੜਾ ਹਸਨਬਦਾਲ ਦਾ ਸਟੇਸ਼ਨ ਸੀ ਪੰਜਾ ਸਾਹਿਬ ਦਾ, ਉੱਥੇ ਉਹ ਸਾਰੇ ਸਿੱਖ ਜਿਹੜੇ ਨੇ ਪਟੜੀ ਦੇ ਵਿੱਚ ਬਹਿ ਗਏ ਨੇ। ਉਹਨਾਂ ਸਾਰਿਆਂ ਤੋਂ ਅੱਗੇ ਦੇਖੋ ਜਿਹੜੇ ਜਥੇਦਾਰ ਸੀ ਨਾ, ਇਹ ਜਥੇਦਾਰ ਸੀ ਦੋਨੋਂ, ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ, ਜਿਹੜੇ ਦੋਨੋਂ ਆਗੂ ਸਨ। ਉਹਨਾਂ ਸਾਰਿਆਂ ਦੇ ਕਹਿਣ ਤੇ ਸੰਗਤ ਜਿਹੜੀ ਸੀ ਇਕੱਤਰ ਹੋਈ ਹੈ। ਉਹਨਾਂ ਸਾਰਿਆਂ ਨੇ ਅਗਵਾਈ ਦਿੱਤੀ ਹੈ ਤੇ ਲੰਗਰ ਤਿਆਰ ਕਰਕੇ ਇੱਥੇ ਲੈ ਕੇ ਆਏ ਨੇ। ਹੁਣ ਉਹ ਵੇਖੋ ਜਥੇਦਾਰ ਕਿਹੋ ਜਿਹੇ ਨੇ। ਉਹ ਸਾਰੇ ਜਿਸ ਪਾਸੇ ਤੋਂ ਗੱਡੀ ਆਉਣੀ ਆ ਉਸ ਪਾਸੇ ਸਭ ਤੋਂ ਅੱਗੇ ਇਹ ਬੈਠੇ ਨੇ। ਇਹ ਨਹੀਂ ਆ ਵੀ ਬਾਕੀ ਸੰਗਤ ਬਹਿ ਗਈ ਤੇ ਪਾਸੇ ਹੋ ਗਏ ਨੇ। ਤੇ ਸਾਡੇ ਵਿੱਚ ਤਾਂ ਇਹੀ ਚੱਲਦਾ ਨਾ ਵੀ ਜਦੋਂ ਤੇ ਕਿਤੇ ਆਉਂਦਾ ਸਾਹਮਣਾ ਕਰਨ ਦਾ ਸਮਾਂ, ਤੇ ਜਿਹੜੇ ਜਥੇਦਾਰ ਹੁੰਦੇ ਨੇ, ਜਿਹੜੇ ਆਗੂ ਹੁੰਦੇ ਨੇ, ਉਹ ਨਹੀਂ ਲੱਭਦੇ, ਬਾਕੀ ਸੰਗਤ ਅੱਗੇ ਹੁੰਦੀ ਹੈ। ਮਾਰ ਕੁੱਟ ਖਾਣ ਵਾਸਤੇ ਲੋਕ ਨੇ, ਤੇ ਜਦੋਂ ਆ ਜਾਂਦੇ ਨੇ ਅਹੁਦੇ ਲੈਣੇ, ਜਦੋਂ ਆ ਜਾਂਦੀਆਂ ਕੁਰਸੀਆਂ ਦੀ ਗੱਲ, ਉਦੋਂ ਕੋਈ ਹੋਰ ਹੁੰਦੇ ਨੇ। ਹੁਣ ਉੱਥੇ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਜਿਹੜੇ ਇਹ ਜਥੇਦਾਰ ਨੇ, ਇਹ ਸਾਰੀ ਸੰਗਤ ਨੂੰ ਨਾਲ ਲੈ ਕੇ ਆਏ ਨੇ। ਸਟੇਸ਼ਨ ਮਾਸਟਰ ਦੇ ਨਾਲ ਇਹਨਾਂ ਨੇ ਗੱਲਬਾਤ ਕੀਤੀ ਹੈ ਵੀ ਤੁਸੀਂ ਗੱਡੀ ਰੁਕਵਾਉਣ ਦੀ ਕੋਸ਼ਿਸ਼ ਕਰੋ, ਵਾਰ-ਵਾਰ ਆਖੋ। ਉਹ ਕਹਿੰਦਾ ਵੀ ਨਹੀਂ, ਗੱਡੀ ਰੁਕਣੀ ਨਹੀਂ ਹੈ। ਹੁਣ ਉੱਥੇ ਵਾਪਰਦਾ ਕੀ ਹੈ? ਇਹ ਕਹਿੰਦੇ ਜੇ ਤੁਸੀਂ ਗੱਡੀ ਰੋਕਣੀ ਨਹੀਂ ਹੈ, ਸਾਨੂੰ ਮਾਰ ਕੇ ਸਾਡੇ ਉੱਤੋਂ ਗੱਡੀ ਲੰਘ ਕੇ ਤੇ ਜਾ ਸਕਦੀ ਹੈ, ਪਰ ਇਸ ਤਰ੍ਹਾਂ ਅਸੀਂ ਜਾਣ ਨਹੀਂ ਦੇਣੀ। ਵੀ ਅਸੀਂ ਤੇ ਲੰਗਰ ਤਿਆਰ ਕਰਕੇ ਇੱਥੇ ਲਿਆਂਦਾ, ਅਸੀਂ ਸਿੱਖ ਭੁੱਖੇ ਨਹੀਂ ਰਹਿਣ ਦੇਣੇ। ਦੇਖੋ ਇੱਕ ਗੱਲ ਦਾ ਸਾਨੂੰ ਬੜਾ ਇੱਥੇ ਧਿਆਨ ਰੱਖਣਾ ਪਏਗਾ ਵੀ ਉਹ ਸਿੱਖਾਂ ਦਾ ਇੱਕ ਕਿਹੋ ਜਿਹਾ ਜਜ਼ਬਾ ਹੋਵੇਗਾ ਜਿਹੜੇ ਕਹਿੰਦੇ ਨੇ ਵੀ ਅਸੀਂ ਭੁੱਖੇ ਸਿੱਖਾਂ ਨੂੰ ਲੰਗਰ ਛਕਾਉਣਾ, ਲੰਗਰ ਛਕਾਉਣ ਵਾਸਤੇ ਆਪ ਮਰਨ ਵਾਸਤੇ ਤਿਆਰ ਨੇ। ਤਾਂ ਅੱਜ ਤਾਂ ਨੌਬਤ ਆਈ ਹੈ ਨਾ, ਸਿੱਖ ਦੇ ਮੂੰਹ ਦੇ ਵਿੱਚੋਂ ਰੋਟੀ ਖੋਲੀ ਜਾਂਦੀ ਹੈ। ਉਹ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਸਭ ਤੋਂ ਅੱਗੇ ਬੈਠੇ ਨੇ। ਉਹਨਾਂ ਦੇ ਨਾਲ ਜਿਹੜੀ ਸੰਗਤ ਬੈਠੀ ਆ, ਉੱਥੇ ਇੱਕ ਬੜਾ ਸੋਹਣਾ ਜ਼ਿਕਰ ਕੀਤਾ ਇਤਿਹਾਸ ਦੇ ਵਿੱਚ ਕਿ ਇੱਕ ਬੀਬੀ ਆਪਣੇ 6 ਮਹੀਨੇ ਦੇ ਬੱਚੇ ਨੂੰ ਨਾਲ ਲੈ ਕੇ ਉੱਥੇ ਬੈਠੀ ਹੋਈ ਹੈ।
ਤੇ ਭਾਈ ਕਰਮ ਸਿੰਘ ਉਹਨਾਂ ਦੀ ਉਮਰ ਸੀ 36 ਸਾਲ 9 ਮਹੀਨੇ। ਭਾਈ ਪ੍ਰਤਾਪ ਸਿੰਘ ਦੀ ਉਮਰ ਹੈ 23 ਸਾਲ 6 ਮਹੀਨੇ। ਇਹ ਦੋ ਜਿਹੜੇ ਜਥੇਦਾਰ ਨੇ, ਆਗੂ ਨੇ, ਉਹਨਾਂ ਨੇ ਬੀਬੀ ਨੂੰ ਆਖਿਆ ਸੀ ਵੀ ਤੁਸੀਂ ਪਾਸੇ ਹੋ ਜਾਓ, ਵੀ ਤੁਹਾਡੇ ਨਾਲ ਛੋਟਾ ਜਿਹਾ ਬੱਚਾ, ਵੀ ਤੁਸੀਂ ਪਾਸੇ ਹੋ ਜਾਓ। ਉਹ ਕਹਿੰਦੀ ਵੀ ਨਹੀਂ, ਇੱਥੇ ਜਿਹੜੀ ਜੋ ਕਾਰਜ ਚੱਲਦਾ ਪਿਆ, ਜੋ ਹੋਣ ਜਾ ਰਿਹਾ ਨਾ, ਮੈਂ ਨਹੀਂ ਚਾਹੁੰਦੀ ਵੀ ਮੈਂ ਵੀ ਉਹਦੇ ਤੋਂ ਬਾਹਰ ਹੋਵਾਂ ਜਾਂ ਮੇਰਾ ਬੱਚਾ ਵੀ ਉਹਦੇ ਤੋਂ ਬਾਹਰ ਹੋ ਜਾਏ। ਉਹ ਬੀਬੀ ਆਪਣੇ ਬੱਚੇ ਨੂੰ ਲੈ ਕੇ ਨਾਲ ਬੈਠੀ ਹੋਈ ਹੈ, 6 ਮਹੀਨੇ ਦਾ ਉਹਦਾ ਬੱਚਾ ਹੈ। ਉਹ ਵੀ ਉੱਥੇ ਬਹਿ ਗਈ, ਇਨਕਾਰ ਕਰ ਦਿੱਤਾ ਵੀ ਨਹੀਂ, ਮੈਂ ਉੱਠ ਕੇ ਪਾਸੇ ਨਹੀਂ ਹੋਣਾ, ਮੈਂ ਵੀ ਇੱਥੇ ਨਾਲ ਹੀ ਆ ਸੰਗਤਾਂ ਦੇ। ਉਧਰੋਂ ਟ੍ਰੇਨ ਆ ਗਈ ਹੈ। ਉਹ ਟ੍ਰੇਨ ਦੇ ਵਿੱਚ ਆਰਡਰ ਨਹੀਂ ਹੈ ਵੀ ਇੱਥੇ ਜਿਹੜੀ ਹੈ ਟ੍ਰੇਨ ਰੁਕਣੀ ਹੈ, ਪਰ ਸਿੱਖ ਕਹਿੰਦੇ ਅਸੀਂ ਇੱਥੋਂ ਜਾਣ ਨਹੀਂ ਦੇਣੀ। ਇਸ ਤਰ੍ਹਾਂ ਜਿੰਨਾ ਚਿਰ ਲੰਗਰ ਨਹੀਂ ਛਕਾਉਂਦੇ ਅਸੀਂ ਜਾਣ ਨਹੀਂ ਦੇਣੀ, ਵੀ ਸਾਨੂੰ ਮਾਰ ਕੇ ਲੰਘ ਜਾਓ। ਹੁਣ ਉਹ ਲਾਈਨ ਵਿੱਚ ਬੈਠੇ ਨੇ, ਉਹ ਟ੍ਰੇਨ ਆ ਗਈ ਹੈ ਤੇ ਉਹ ਸਮਾਂ ਇੱਕ ਬੜਾ ਦਰਦਨਾਕ ਸਮਾਂ ਹੈ। ਵੀ ਜਦੋਂ ਟ੍ਰੇਨ ਆਈ ਹੈ ਤੇ ਸਿੱਖ ਇਹ ਨਹੀਂ ਹੈ ਵੀ ਉਹਨੂੰ ਵੇਖ ਕੇ ਪਾਸੇ ਹੋ ਗਏ ਨੇ, ਪਾਸੇ ਨਹੀਂ ਹੋਏ, ਉਹ ਉੱਥੇ ਉਸੇ ਤਰ੍ਹਾਂ ਅਡੋਲ ਬੈਠੇ ਹੋਏ ਨੇ। ਸਾਰਿਆਂ ਤੋਂ ਅੱਗੇ ਭਾਈ ਪ੍ਰਤਾਪ ਸਿੰਘ, ਕਰਮ ਸਿੰਘ ਤੇ ਹੋਰ ਸਿੱਖ ਬੈਠੇ ਹੋਏ ਨੇ। ਟ੍ਰੇਨ ਆਈ ਹੈ, ਬਹੁਤ ਜ਼ਿਆਦਾ ਕੋਸ਼ਿਸ਼ ਜਿਹੜੀ ਸੀ ਉਹ ਡਰਾਈਵਰ ਜਿਹੜਾ ਇੰਜਨ ਨੂੰ ਚਲਾ ਰਿਹਾ ਉਹਨੇ ਕੀਤੀ ਹੈ ਵੀ ਇਹ ਸਿੱਖ ਉੱਠ ਜਾਣਗੇ, ਹਾਰਨ ਵਜਾਏ ਗਏ ਨੇ, ਪਰ ਉੱਠੇ ਨਹੀਂ। ਉਹਨੂੰ ਪਤਾ ਸੀ ਪਹਿਲਾਂ ਇਸ ਗੱਲ ਦਾ, ਕਿਉਂਕਿ ਇਹ ਜਿਹੜੀ ਗੱਲ ਲੰਬੇ ਸਮੇਂ ਤੋਂ ਚੱਲਦੀ ਪਈ ਸੀ। ਜਿਹੜੀ ਸਟੇਸ਼ਨ ਮਾਸਟਰ ਨੇ ਅੱਗੇ ਰਿਕੁਐਸਟ ਕੀਤੀ ਹੈ ਵੀ ਇੱਥੇ ਗੱਡੀ ਰੋਕੀ ਜਾਵੇ, ਆਰਡਰ ਹੋ ਗਿਆ ਸੀ ਸਰਕਾਰ ਵੱਲੋਂ ਵੀ ਇਹ ਗੱਡੀ ਇੱਥੇ ਰੁਕਣੀ ਨਹੀਂ, ਕਿਉਂਕਿ ਇਹਦੇ ਵਿੱਚ ਸਿੱਖ ਕੈਦੀ ਨੇ। ਡਰਾਈਵਰ ਜਿਹੜਾ ਉਹ ਇਸ ਗੱਲ ਨੂੰ ਜਾਣਦਾ ਪਿਆ ਵੀ ਅੱਗੇ ਬੈਠੇ ਹੋਏ ਨੇ, ਪਰ ਉਹਦੀ ਮਜਬੂਰੀ ਆ ਵੀ ਆਰਡਰ ਨਹੀਂ ਹੈ, ਪਰ ਇੰਨੇ ਲੋਕ ਬੈਠੇ ਨੇ, ਉਹਨਾਂ ਨੂੰ ਮਾਰ ਨਹੀਂ ਸਕਦਾ। ਹਾਰਨ ਬਹੁਤ ਵਜਾਏ ਨੇ। ਟ੍ਰੇਨ ਜਿਹੜੀ ਹੈ ਉਹ ਚੱਲਦੀ ਆਈ ਹੈ, ਰੋਕਦਿਆਂ ਵੀ ਇਹ ਜਿਹੜੇ ਸਿੱਖ ਅੱਗੇ ਬੈਠੇ ਸੀ ਇਹਨਾਂ ਦੇ ਉੱਤੋਂ ਦੀ ਲੰਘੀ ਹੈ। ਉਹਦੇ ਵਿੱਚ ਭਾਈ ਪ੍ਰਤਾਪ ਸਿੰਘ ਜਿਨ੍ਹਾਂ ਦੀ ਉਮਰ 23 ਸਾਲ 5 ਮਹੀਨੇ ਸੀ, 6 ਮਹੀਨੇ। ਉਹਨਾਂ ਦੇ ਵਿੱਚ ਭਾਈ ਕਰਮ ਸਿੰਘ ਜਿਨ੍ਹਾਂ ਦੀ ਉਮਰ 36 ਸਾਲ ਤੇ 9 ਮਹੀਨੇ ਦੀ ਸੀ। ਇਹ ਦੋਨੋਂ ਸਿੱਖ ਜਿਹੜੇ ਨੇ ਨਾ ਉਸ ਟ੍ਰੇਨ ਦੇ ਹੇਠਾਂ ਆ ਗਏ ਨੇ, ਇਹਨਾਂ ਦੇ ਸਰੀਰ ਟੁਕੜੇ ਹੋ ਗਏ ਨੇ। ਬਹੁਤ ਸਾਰੇ ਅੱਗੇ ਜਿਹੜੇ ਬੈਠੇ ਸੀ ਨਾ ਹੋਰ ਉਹ ਜ਼ਖਮੀ ਹੋ ਗਏ ਨੇ, ਕਈਆਂ ਦੇ ਅੰਗ ਕੱਟੇ ਗਏ, ਪਰ ਜਿਨ੍ਹਾਂ ਦੀ ਸ਼ਹੀਦੀ ਹੁੰਦੀ ਆ ਨਾ ਉੱਥੇ ਇਹ ਦੋ ਸਿੱਖ ਨੇ, ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ। ਮਜਬੂਰੀ ਬਸ ਫਿਰ ਜਦੋਂ ਵੇਖਿਆ ਵੀ ਇਹ ਤਾਂ ਹਟੇ ਨਹੀਂ, ਅੱਗੋਂ ਸਿੱਖ ਉੱਠੇ ਨਹੀਂ, ਗੱਡੀ ਰੋਕ ਦਿੱਤੀ ਗਈ। ਜਦੋਂ ਗੱਡੀ ਰੋਕੀ ਹੈ ਤੇ ਸਾਰੀਆਂ ਸੰਗਤਾਂ ਜਿਹੜੀਆਂ ਅੱਗੋਂ ਉੱਠੀਆਂ ਨੇ, ਜਿਹੜੇ ਕੈਦੀ ਸਨ, ਜਿਹੜੇ ਸਿੱਖ ਕੈਦੀ ਗੁਰੂ ਕੇ ਬਾਗ ਦੇ ਮੋਰਚੇ ਦੇ ਸਿੱਖ ਜਿਹੜੇ ਗ੍ਰਿਫਤਾਰ ਕੀਤੇ ਹੋਏ ਸੀ ਟ੍ਰੇਨ ਦੇ ਵਿੱਚ ਸਨ, ਹੁਣ ਉਹਨਾਂ ਨੂੰ ਇਹ ਦੱਸਿਆ ਗਿਆ ਵੀ ਅਸੀਂ ਤੁਹਾਨੂੰ ਲੰਗਰ ਛਕਾਉਣਾ। ਸਿੱਖ ਲੰਗਰ ਲੈ ਕੇ ਟ੍ਰੇਨ ਦੇ ਵਿੱਚ ਚੜ ਗਏ ਨੇ। ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਪਿਆ ਵੀ ਬਾਹਰ ਆਹ ਗੱਲ ਵਾਪਰ ਗਈ ਆ ਵੀ ਸਾਨੂੰ ਲੰਗਰ ਛਕਾਉਣ ਵਾਸਤੇ ਸਿੱਖਾਂ ਨੇ ਸ਼ਹੀਦੀ ਦੇ ਦਿੱਤੀ ਹੈ, ਉਹਨਾਂ ਨੇ ਆਪਣੀਆਂ ਜਾਨਾਂ ਦੇ ਦਿੱਤੀਆਂ। ਉੱਥੇ ਉਹਨਾਂ ਨੇ ਇਨਕਾਰ ਕਰ ਦਿੱਤਾ ਵੀ ਨਹੀਂ, ਆ ਇੰਨਾ ਦੁਖਦਾਈ ਦਰਦਨਾਕ ਇਹ ਸਾਰਾ ਸੀਨ ਸੀ, ਉਹ ਘਟਨਾ ਜਿਹੜੀ ਵਾਪਰੀ ਹੈ। ਉਹ ਕਹਿੰਦੇ ਅਸੀਂ ਕਿਹੜੇ ਮੂੰਹ ਨਾਲ ਲੰਗਰ ਛਕੀਏ ਭਈ, ਇਹ ਉਸ ਟ੍ਰੇਨ ਵਿੱਚ ਅਸੀਂ ਬੈਠੇ ਹਾਂ ਜਿਹੜੀ ਟ੍ਰੇਨ ਸਿੱਖਾਂ ਨੂੰ ਮਾਰਦਿਆਂ ਅੱਗੇ ਲੰਘੀ ਹੈ, ਕਿਵੇਂ ਖਾ ਲਈਏ। ਪਰ ਸੰਗਤਾਂ ਨੇ ਬੇਨਤੀ ਕੀਤੀ ਵੀ ਲੰਗਰ ਛਕਾਉਣ ਵਾਸਤੇ ਉਹਨਾਂ ਨੇ ਸ਼ਹੀਦੀ ਦੇ ਦਿੱਤੀ ਹੈ, ਵੀ ਲੰਗਰ ਛਕਾਉਣ ਵਾਸਤੇ ਸਾਰਾ ਕੁਝ ਹੋਇਆ। ਅਸੀਂ ਚਾਹੁੰਦੇ ਹਾਂ ਵੀ ਗੁਰੂ ਕੇ ਸਿੱਖ ਜਿਹੜੇ ਗੁਰੂ ਕੇ ਬਾਗ ਦੇ ਮੋਰਚੇ ਦੇ ਵਿੱਚ ਗ੍ਰਿਫਤਾਰ ਕੀਤੇ ਹੋਏ ਸੀ ਉਹ ਭੁੱਖੇ ਨਾ ਇੱਥੋਂ ਜਾਣ। ਉਹਨਾਂ ਨੇ ਉੱਥੇ ਲੰਗਰ ਛਕਾਇਆ। 2 ਸਿੱਖਾਂ ਦੀ ਸ਼ਹੀਦੀ ਹੋਈ ਹੈ। 6 ਸਿੱਖ ਜਿਹੜੇ ਨੇ ਉਹ ਬੜੇ ਬੁਰੀ ਤਰ੍ਹਾਂ ਜ਼ਖਮੀ ਹੋਏ ਸਨ, ਉਹਨਾਂ ਦੇ ਅੰਗ ਕੱਟੇ ਗਏ। ਤੇ ਉਹਦੇ ਤੋਂ ਬਾਅਦ 1.25 ਘੰਟਾ ਜਿਹੜਾ ਸੀ ਇਹ ਇਸ ਅਸਥਾਨ ਤੇ ਉਹ ਗੱਡੀ ਰੁਕੀ ਹੈ। ਸਾਰੇ ਜਿੰਨੇ ਵੀ ਸਿੱਖ ਕੈਦੀ ਸਨ ਉਹਨਾਂ ਨੂੰ ਵੀ ਲੰਗਰ ਛਕਾਇਆ, ਜਿੰਨੇ ਹੋਰ ਵੀ ਉਹਦੇ ਵਿੱਚ ਮੁਸਾਫਰ ਬੈਠੇ ਹੋਏ ਸਨ ਉਹਨਾਂ ਨੂੰ ਵੀ ਛਕਾਇਆ, ਉਹਨਾਂ ਸਾਰਿਆਂ ਨੂੰ। ਉੱਥੇ ਉਹ ਜਿਹੜਾ ਸਟੇਸ਼ਨ ਮਾਸਟਰ ਆ ਉਹ ਵੀ ਬੇਬਸ ਹੈ, ਕੋਈ ਮਦਦ ਨਹੀਂ ਸਿੱਖਾਂ ਦੀ ਕਰ ਸਕਿਆ। ਪਰ ਸਿੱਖਾਂ ਦੇ ਉਸ ਨੇ ਦੁੱਖ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕੀਤਾ। ਮੈਂ ਮਜਬੂਰ ਸੀ, ਮੈਨੂੰ ਹੁਕਮ ਨਹੀਂ ਸੀ, ਪਰ ਮੈਂ ਤੁਹਾਡੇ ਨਾਲ ਤੁਹਾਡਾ ਸਾਥ ਦਿੰਦਾ, ਤੁਹਾਡਾ ਇਹ ਦੁੱਖ ਜਿਹੜਾ ਉਹ ਵੀ ਮੈਂ ਮਹਿਸੂਸ ਕਰਦਾ। ਡਰਾਈਵਰ ਵੀ ਦੁਖੀ ਹੈ ਕਿ ਮੇਰੇ ਕੋਲੋਂ ਆ ਜਿਹੜੀ ਗੱਲ ਹੋਈ ਹੈ, ਮੈਂ ਨਾ ਚਾਹੁੰਦਿਆਂ ਹੋਇਆਂ ਵੀ ਜਿਹੜੀ ਹੈ ਗੱਡੀ ਮੈਨੂੰ, ਕਿਉਂਕਿ ਹੁਕਮ ਨਹੀਂ ਹੈ ਇੱਥੇ ਰੋਕਣ ਦਾ, ਪਰ ਉਹਨੇ ਰੋਕ ਦਿੱਤੀ ਹੈ। ਪਰ ਉਹਦੇ ਬਾਵਜੂਦ ਵੀ 2 ਸਿੱਖਾਂ ਦੀ ਸ਼ਹੀਦੀ ਹੋ ਜਾਂਦੀ ਹੈ। ਹੁਣ ਉੱਥੇ ਜਿਹੜੀ ਘਟਨਾ ਵਾਪਰੀ ਹੈ 30 ਅਕਤੂਬਰ ਸਨ 1922 ਨੂੰ, ਇਹਨੂੰ ਪੰਜਾ ਸਾਹਿਬ ਦੇ ਸਾਕੇ ਨਾਮ ਦੇ ਨਾਲ ਜਿਹੜਾ ਇਤਿਹਾਸ ਵਿੱਚ ਜਾਣਿਆ ਗਿਆ।
ਉਹਦੇ ਤੋਂ ਬਾਅਦ ਸਵਾ ਘੰਟੇ ਬਾਅਦ ਜਿਹੜੀ ਸੀ ਨਾ ਗੱਡੀ ਇੱਥੇ ਰੁਕਣ ਤੋਂ ਬਾਅਦ ਫਿਰ ਉਹ ਗੱਡੀ ਇੱਥੋਂ ਚੱਲੀ ਹੈ। ਬੜੇ ਸੋਹਣੀਆਂ ਭਾਵਪੂਰਤ ਪੰਕਤੀਆਂ ਜਿਹੜੀਆਂ ਨੇ ਨਾ ਉਹ ਲਿਖੀਆਂ ਗਈਆਂ ਮੈਂ ਅੰਤ ਵਿੱਚ ਉਹ ਇੱਥੇ ਆਪ ਜੀ ਨੂੰ ਸੁਣਾਉਣੀਆਂ ਨੇ। ਇਹ ਇੱਕ ਗੱਡੀ ਤੇ ਸਿੱਖ ਕੌਮ ਦੀ ਜਿਹੜੀ ਗੱਲ ਹੈ, ਜਿਹੜੀ ਗੱਡੀ ਨੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ, ਜਿਹਦੇ ਵਿੱਚ ਕੈਦੀ ਸਵਾਰ ਸਨ। ਇੱਕ ਕਵੀ ਨੇ ਬਹੁਤ ਸੋਹਣੀ ਗੱਲਬਾਤ ਜਿਹੜੀ ਹੈ ਸਿੱਖ ਕੌਮ ਦੀ ਤੇ ਉਸ ਟ੍ਰੇਨ ਦੀ ਜਿਹੜੀ ਆਪਸ ਵਿੱਚ ਕਰਵਾਈ ਹੈ, ਵੀ ਦੋਨਾਂ ਦੀ ਗੱਲਬਾਤ ਚੱਲਦੀ ਪਈ ਹੈ ਤੇ ਦੋਨਾਂ ਦੀ ਗੱਲ ਚੱਲੀ ਹੈ ਤੇ ਸਿੱਖ ਕੌਮ ਨੇ ਸਵਾਲ ਕਰ ਦਿੱਤਾ ਉਸ ਗੱਡੀ ਦੇ ਉੱਤੇ, ਇੰਜਣ ਦੇ ਉੱਤੇ, ਵੀ ਤੂੰ ਇਹ ਕੀ ਕਾਰਾ ਕੀਤਾ, ਵੀ ਤੈਨੂੰ ਨਹੀਂ ਵਿਖਾਈ ਦਿੱਤਾ ਵੀ ਸਾਹਮਣੇ ਸਿੱਖ ਬੈਠੇ ਹੋਏ ਨੇ, ਤੈਨੂੰ ਨਹੀਂ ਕੋਈ ਵਿਖਾਈ ਦਿੱਤਾ, ਤੂੰ ਰੁਕ ਜਾਣਾ ਸੀ। ਤੇ ਉਹ ਜਿਹੜਾ ਇੰਜਣ ਹੈ, ਗੱਡੀ ਹੈ ਜਿਹੜੀ, ਉਹ ਵੀ ਇੱਕ ਆਪਣਾ ਜਵਾਬ ਦਿੰਦੀ ਹੈ। ਸਿੱਖ ਕੌਮ ਦੇ ਸਵਾਲ ਕੀ ਨੇ ਉਸ ਗੱਡੀ ਦੇ ਉੱਤੇ, ਉਹ ਉੱਥੇ ਅੰਕਿਤ ਕੀਤਾ ਗਿਆ। ਸਵਾਲ ਪੁੱਛਿਆ ਜਾ ਰਿਹਾ, ਆਖਿਆ ਹੈ ਐ ਨੀ ਗੱਡੀਏ ਚਿੱਤ ਕਿੱਥੇ, ਦਿੱਤੇ ਖੋਲ ਨੀ ਜਿਗਰ ਦੇ ਚੀਰ ਸਾਡੇ, ਐ ਨੀ ਟ੍ਰੇਨ ਤੂੰ ਟੁਰੇ ਨਾ ਹੋਸ਼ ਕਰਕੇ, ਦਿਸੇ ਸਾਹਮਣੇ ਖੜੇ ਨੀ ਵੀਰ ਸਾਡੇ, ਐਵੇਂ ਇੰਜਣਾ ਕਰਨ ਚੰਗਾ, ਲੇਖੇ ਹੋਣਗੇ ਰੋਜ਼ ਅਖੀਰ ਸਾਡੇ। ਉਹ ਗੱਡੀ ਨੂੰ ਸਵਾਲ ਕੀਤਾ ਗਿਆ ਵੀ ਤੈਨੂੰ ਸਾਹਮਣੇ ਖੜੇ ਸਿੱਖ ਵਿਖਾਈ ਨਹੀਂ ਦਿੱਤੇ, ਤੂੰ ਇਹ ਕੀ ਕੀਤਾ, ਟੁਕੜੇ ਟੁਕੜੇ ਉਹਨਾਂ ਨੂੰ ਕਰ ਦਿੱਤਾ। ਵੀ ਚੇਤਾ ਰੱਖੀ ਇੱਕ ਸਮਾਂ ਇਤਿਹਾਸ ਦਾ ਉਹ ਆਉਣਾ ਜਦੋਂ ਤੇਰੀ ਗੱਲ ਤੇ ਸਾਡੀ ਗੱਲ ਚੱਲਣੀ ਹੈ। ਸਿੱਖ ਕੌਮ ਉਸ ਗੱਡੀ ਨੂੰ ਕਹਿ ਰਹੀ ਹੈ ਤੇਰੀ ਗੱਲ ਵੀ ਚੱਲਣੀ ਹੈ ਤੇ ਸਾਡੀ ਗੱਲ ਵੀ ਚੱਲਣੀ ਹੈ, ਉਦੋਂ ਤੇਰਾ ਤੇ ਸਾਡਾ ਹਿਸਾਬ ਹੋਣਾ। ਹਮੇਸ਼ਾ ਇਤਿਹਾਸ ਵਿੱਚ ਇਹ ਗੱਲ ਜਿਉਂਦੀ ਰਹਿਣੀ ਹੈ ਵੀ ਇਸ ਗੱਡੀ ਨੇ ਸਿੱਖ ਮਾਰ ਦਿੱਤੇ। ਤੇ ਕਾਰਨ ਕੀ ਸੀ, ਸਿਰਫ ਲੰਗਰ ਛਕਾਉਣਾ ਸੀ ਸਿੱਖਾਂ ਨੂੰ, ਕਿਸੇ ਤਰ੍ਹਾਂ ਦੀ ਕੋਈ ਹੋਰ ਕਾਰਵਾਈ ਨਹੀਂ ਹੈ, ਸਿਰਫ ਲੰਗਰ ਛਕਾਉਣ ਵਾਸਤੇ। ਉਥੇ ਉਸ ਨੂੰ ਸਵਾਲ ਕੀਤਾ ਵੀ ਐਵੇਂ ਇੰਜਣਾ ਕਰਨ ਚੰਗਾ, ਲੇਖੇ ਹੋਣਗੇ ਰੋਜ਼ ਅਖੀਰ ਸਾਡੇ। ਹੁਣ ਉਹ ਗੱਡੀ ਅੱਗੋਂ ਜਵਾਬ ਦਿੰਦੀ ਹੈ, ਉਹ ਸਿੱਖ ਕੌਮ ਨੂੰ ਜਵਾਬ ਦੇ ਰਹੀ ਹੈ। ਉਹ ਕਹਿੰਦੀ ਹੈ ਐ ਕੌਮ ਨਾ ਮੇਰੇ ਤੇ ਖਫਾ ਹੋਵੀਂ, ਇਸ ਵਿੱਚ ਨਾ ਏਡੀ ਤਕਸੀਰ ਮੇਰੀ। ਉਹ ਕਹਿੰਦਾ ਵੀ ਮੈਂ ਤੇ ਮਜਬੂਰ ਆ, ਮੇਰੇ ਤੇ ਤੈਨੂੰ ਗੁੱਸਾ ਕਰਨ ਦੀ ਲੋੜ ਨਹੀਂ। ਐ ਕੌਮ ਨਾ ਮੇਰੇ ਤੇ ਖਫਾ ਹੋਵੀਂ, ਇਸ ਵਿੱਚ ਨਾ ਏਡੀ ਤਕਸੀਰ ਮੇਰੀ, ਚਰਚਾ ਵਿੱਚ ਜਹਾਨ ਕੁਰਬਾਨੀਆਂ ਦੀ, ਨਹੀਂ ਸੀ ਮਨ ਦੀ ਗੱਲ ਜ਼ਮੀਰ ਮੇਰੀ। ਉਹ ਕਹਿੰਦਾ ਮੇਰੀ ਜਿਹੜੀ ਆ ਨਾ, ਮੇਰਾ ਮਨ ਇਹ ਨਹੀਂ ਸੀ ਮੰਨਦਾ ਵੀ ਸਿੱਖ ਇੰਨੀਆਂ ਵੱਡੀਆਂ ਕੁਰਬਾਨੀਆਂ ਦੇ ਦਿੰਦੇ ਨੇ। ਚਰਚਾ ਵਿੱਚ ਜਹਾਨ ਕੁਰਬਾਨੀਆਂ ਦੀ, ਤੁਹਾਡੀ ਤੇ ਚਰਚਾ ਸੀ ਨਾ ਵੀ ਸਿੱਖ ਇਹੋ ਜਿਹੀਆਂ ਕੁਰਬਾਨੀਆਂ ਦੇ ਦਿੰਦੇ ਨੇ, ਸ਼ਹੀਦੀਆਂ ਦੇ ਦਿੰਦੇ ਨੇ, ਪੈਰ ਪਿੱਛੇ ਨਹੀਂ ਪਾਉਂਦੇ। ਉਹ ਕਹਿੰਦਾ ਚਰਚਾ ਵਿੱਚ ਜਹਾਨ ਕੁਰਬਾਨੀਆਂ ਦੀ, ਨਹੀਂ ਸੀ ਮਨ ਦੀ ਗੱਲ ਜ਼ਮੀਰ ਮੇਰੀ, ਮੇਰਾ ਮਨ ਨਹੀਂ ਸੀ ਮੰਨਦਾ ਵੀ ਸਿੱਖ ਇਹੋ ਜਿਹੇ ਹੁੰਦੇ ਨੇ। ਤੇ ਕਹਿੰਦਾ ਮੈਨੂੰ ਮਾਣ ਸੀ ਕੌਣ ਨਾ ਡੋਲਦਾ ਏ, ਦਹਿਸ਼ਤ ਵੇਖ ਨਾ ਹੋਵੇ ਦਲਗੀਰ ਮੇਰੀ। ਉਹ ਗੱਡੀ ਦਾ ਇੰਜਣ ਕਹਿੰਦਾ ਵੀ ਮੈਨੂੰ ਤੇ ਹੰਕਾਰ ਬੜਾ ਸੀ ਵੀ ਜਦੋਂ ਮੈਂ ਚੱਲਦਾ ਤੇ ਕਿਹੜਾ ਜਿਹੜਾ ਸਾਹਮਣੇ ਖੜ ਜੇ, ਜਦੋਂ ਮੈਂ ਚੱਲਾਂ ਤੇ ਕੌਣ ਆ ਜਿਹੜਾ ਸਾਹਮਣੇ ਖੜ ਜੇ, ਕਿਹੜਾ ਮੇਰਾ ਸਾਹਮਣਾ ਕਰ ਲਵੇ। ਜਦੋਂ ਮੈਂ ਆਵਾਂਗਾ ਗੱਡੀ ਨੂੰ ਲੈ ਕੇ ਤੇ ਸਾਰਿਆਂ ਦੇ ਦਿਲ ਡੋਲ ਜਾਂਦੇ ਨੇ। ਗੱਡੀ ਲੰਘਦੀ ਆ ਨਾ, ਵੇਖ ਕੇ ਡਰ ਲੱਗਦਾ। ਉਹ ਕਹਿੰਦਾ ਮੈਨੂੰ ਮਾਣ ਸੀ ਕੌਣ ਨਾ ਡੋਲਦਾ ਏ, ਦਹਿਸ਼ਤ ਵੇਖ ਨਾ ਹੋਵੇ ਦਲਗੀਰ ਮੇਰੀ। ਵੀ ਮੇਰੀ ਦਹਿਸ਼ਤ ਵੇਖ ਕੇ, ਮੇਰਾ ਖੌਫ ਖਾ ਕੇ ਤੇ ਸਾਰੇ ਘਬਰਾ ਜਾਂਦੇ ਨੇ, ਡਰ ਜਾਂਦੇ ਨੇ। ਅੱਗੋਂ ਉਹਨੇ ਦੱਸਿਆ, ਉਹ ਕਹਿੰਦਾ ਮੇਰਾ ਟੁੱਟਿਆ ਮਾਨ ਮੈਂ ਹੈਰਾਨ ਹੋਇਆ। ਉਹ ਕਹਿੰਦਾ ਮੇਰਾ ਮਾਨ, ਮੇਰਾ ਹੰਕਾਰ ਜਿਹੜਾ ਸੀ ਨਾ ਇੱਥੇ ਆ ਕੇ ਖਤਮ ਹੋ ਗਿਆ ਜਦੋਂ ਮੈਂ ਤੁਹਾਨੂੰ ਵੇਖਿਆ। ਮੇਰਾ ਟੁੱਟਿਆ ਮਾਨ, ਮੈਂ ਹੈਰਾਨ ਹੋਇਆ। ਤੁਹਾਡੀ ਕੁਰਬਾਨੀ ਨੂੰ ਵੇਖ ਕੇ, ਤੁਹਾਡੀ ਸ਼ਹੀਦੀ ਨੂੰ ਵੇਖ ਕੇ, ਤੁਹਾਡੇ ਜਿਗਰੇ ਨੂੰ ਵੇਖ ਕੇ ਤੇ ਮੈਂ ਹੈਰਾਨ ਹੋਇਆ। ਉਹ ਕਹਿੰਦਾ ਬਲੀ ਕੰਧਾਰੀ ਵਾਂਗੂ ਭਾਵੇਂ ਬਲੀ ਸਾਂ ਮੈਂ, ਪਰ ਅੱਜ ਖੜਾ ਇੱਥੇ ਜ਼ੋਰ ਨੂੰ ਹਾਰ ਇੱਥੇ। ਉਹ ਕਹਿੰਦਾ ਮੈਂ ਵੀ ਬਲੀ ਕੰਧਾਰੀ ਵਾਂਗੂ ਬੜਾ ਹੰਕਾਰੀ ਸੀ। ਸਮਾਂ ਸੀ ਨਾ ਇਤਿਹਾਸ ਦਾ, ਅਸੀਂ ਸਰਵਣ ਕੀਤਾ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਤੇ ਭਾਈ ਮਰਦਾਨੇ ਨੂੰ ਮਾਰਨ ਵਾਸਤੇ ਵਲੀ ਕੰਧਾਰੀ ਜਿਹੜਾ ਅਲੀ ਯਾਰ ਸੀ, ਉਹਨੇ ਉੱਤੋਂ ਪਹਾੜੀ ਤੋਂ ਪੱਥਰ ਸੁੱਟਿਆ ਇਹਨਾਂ ਨੂੰ ਮਾਰਦਿਆਂ। ਗੁਰੂ ਨਾਨਕ ਸਾਹਿਬ ਨੇ ਤੇ ਭਾਈ ਮਰਦਾਨੇ ਨੇ ਆਪਣੇ ਆਪ ਨੂੰ ਬਚਾ ਲਿਆ। ਉਹਦੇ ਵੀ ਮਨ ਵਿੱਚ ਕ੍ਰੋਧ ਬੜਾ ਸੀ, ਹੰਕਾਰ ਬੜਾ ਸੀ। ਤੇ ਗੱਡੀ ਕਹਿੰਦੀ ਪਈ ਆ ਵੀ ਮੈਂ ਵੀ ਵਲੀ ਕੰਧਾਰੀ ਵਾਂਗੂ ਇੱਥੇ ਹੰਕਾਰੀ ਸੀ, ਪਰ ਤੁਹਾਨੂੰ ਵੇਖ ਕੇ ਮੇਰਾ ਵੀ ਹੰਕਾਰ ਇੱਥੇ ਖਤਮ ਹੋ ਗਿਆ। ਉਹਨੇ ਇਹ ਜਵਾਬ ਦਿੱਤਾ।
ਸੋ ਇਹ ਭਾਵਪੂਰਤ ਪੰਕਤੀਆਂ ਜਿਹੜੀਆਂ ਉਸ ਸਾਕੇ ਨੂੰ ਬਿਆਨ ਕਰਦੀਆਂ, ਦਰਸਾਉਂਦੀਆਂ ਹੋਈਆਂ ਕਿਸੇ ਕਵੀ ਨੇ ਲਿਖੀਆਂ ਨੇ। ਉਹ ਗੁਰੂ ਸਿੱਖ ਜਿਨ੍ਹਾਂ ਨੇ ਉਸ ਸਾਕੇ ਦੇ ਵਿੱਚ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ, ਇਹਨਾਂ ਦੋਨਾਂ ਨੇ ਸ਼ਹੀਦੀ ਪਾਈ ਤੇ ਗੁਰੂ ਕੇ ਸਿੱਖ ਕੈਦੀ ਜਿਹੜੇ ਸਨ ਗੁਰੂ ਕੇ ਬਾਗ ਦੇ ਮੋਰਚੇ ਦੇ, ਉਹਨਾਂ ਨੂੰ ਲੰਗਰ ਛਕਾਇਆ ਤੇ ਉਹਨਾਂ ਸਿੱਖਾਂ ਦੀ ਜਿਹੜੀ ਸੀ ਇਹ ਕੁਰਬਾਨੀ ਇੱਕ ਮਹਾਨ ਕੁਰਬਾਨੀ ਬਣੀ ਤੇ ਜਿਹਦਾ ਹਮੇਸ਼ਾ ਫਿਰ ਸਿੱਖ ਕੌਮ ਦੇ ਵਿੱਚ ਇਤਿਹਾਸ ਦੇ ਵਿੱਚ ਜਿਹੜੀ ਸੀ ਇਹ ਘਟਨਾ ਸੁਨਹਿਰੀ ਅੱਖਰਾਂ ਦੇ ਵਿੱਚ ਲਿਖੀ ਗਈ। ਤੇ ਉਹ ਜਿਹੜੇ ਸਿੱਖ ਸਨ ਉਹਨਾਂ ਨੇ ਇੱਕ ਗੁਰ ਇਤਿਹਾਸ ਜਿਹੜਾ ਸੀ ਨਾ, ਸਿੱਖ ਇਤਿਹਾਸ, ਉਹਨੂੰ ਦੁਹਰਾ ਦਿੱਤਾ ਵੀ ਅਸੀਂ ਕੁਰਬਾਨੀ ਕਰਕੇ ਉਹ ਵੱਡਾ ਕਾਰਨਾਮਾ ਕਰ ਸਕਦੇ। ਤੋ ਅੱਜ ਦਾ ਜਿਹੜਾ ਦਿਨ ਸੀ ਉਹ ਪੰਜਾ ਸਾਹਿਬ ਸਾਕੇ ਦੇ ਸ਼ਹੀਦ ਸਿੰਘਾਂ ਦੀ ਯਾਦ ਦੇ ਵਿੱਚ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਰਹਿਮਤ ਕਰਨ। ਭਗਤ ਫਰੀਦ ਸਾਹਿਬ ਜੀ ਦੇ ਬਚਨ ਅਸੀਂ ਸਰਵਣ ਕੀਤੇ ਸਨ ਕਿ ਵਾਟ ਹਮਾਰੀ ਖਰੀ ਉਡੀਨੀ, ਖਨੀਓ ਤਿੱਖੀ ਬਹੁਤ ਪੀਣੀ, ਉਸ ਉਪਰ ਹੈ ਮਾਰਗ ਮੇਰਾ, ਸ਼ੇਖ ਫਰੀਦਾ ਪੰਥ ਸੰਭਾਲ ਸਮੇਰਾ। ਸਤਿਗੁਰੂ ਪਾਤਸ਼ਾਹ ਦੀ ਕਿਰਪਾ ਰਹਿਮਤ ਕਰਨ। ਗੁਰੂ ਕੀ ਸਿੱਖਿਆ, ਗੁਰੂ ਕੇ ਉਪਦੇਸ਼ ਅਸੀਂ ਸਾਰੇ ਆਪਣੇ ਹਿਰਦਿਆਂ ਦੇ ਵਿੱਚ ਵਸਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।